ਜੀਓਗ੍ਰਾਫੀ ਵਿਸ਼ਾ ਪੜ੍ਹ ਰਹੇ +1 ਕਲਾਸ ਦੇ ਵਿਦਿਆਰਥੀਓ ਅਤੇ ਅਧਿਆਪਕ ਸਾਹਿਬਾਨ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬਲਜੀਤ ਸਿੰਘ। ਅੱਜ ਦੇ ਲਾਈਵ ਲੈਕਚਰ ਦੇ ਵਿੱਚ ਅਸੀਂ ਬਹੁਤ ਮਹੱਤਵਪੂਰਨ ਕਿਰਿਆ ਜੋ ਧਰਤੀ ਦੇ ਉੱਪਰ ਵਾਪਰਦੀ ਆ, ਜਵਾਲਾਮੁਖੀ ਦੀ ਕਿਰਿਆ ਬਾਰੇ ਅੱਜ ਅਸੀਂ ਜਾਣਾਂਗੇ। ਦੋ ਤਰ੍ਹਾਂ ਦੀਆਂ ਸ਼ਕਤੀਆਂ ਧਰਤੀ ਦੇ ਉੱਪਰ ਹਮੇਸ਼ਾ ਹੀ ਕਿਰਿਆਸ਼ੀਲ ਰਹਿੰਦੀਆਂ ਨੇ, ਅੰਦਰੂਨੀ ਸ਼ਕਤੀਆਂ ਅਤੇ ਬਾਹਰੀ ਸ਼ਕਤੀਆਂ। ਪਿਆਰੇ ਵਿਦਿਆਰਥੀਓ, ਅੰਦਰੂਨੀ ਸ਼ਕਤੀਆਂ ਦੇ ਵਿੱਚ ਅਸੀਂ ਜਵਾਲਾਮੁਖੀ ਅਤੇ ਭੂਚਾਲ ਨੂੰ ਪੜ੍ਹਾਂਗੇ। ਜਵਾਲਾਮੁਖੀ ਨੂੰ ਜੇਕਰ ਪੂਰੀ ਧਰਤੀ ਦੇ ਉੱਪਰ ਆਪਾਂ ਸਿਰਜਣਹਾਰ ਕਹਿ ਕੇ ਪੁਕਾਰੀਏ ਤਾਂ ਗਲਤ ਨਹੀਂ ਹੋਊਗਾ। ਤਾਂ ਜਦੋਂ ਵੀ ਅਸੀਂ ਧਰਤੀ ਦੇ ਉੱਪਰ ਨਵੇਂ ਜਿਹੜੇ ਰਚਨਾਵਾਂ ਹੁੰਦੀਆਂ ਨੇ, ਮੈਦਾਨ ਬਣਦੇ ਨੇ, ਪਹਾੜ ਬਣਦੇ ਨੇ, ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਮਹੱਤਵਪੂਰਨ ਰੋਲ ਜਵਾਲਾਮੁਖੀ ਵੱਲੋਂ ਨਿਭਾਇਆ ਜਾਂਦਾ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਵਾਲਾਮੁਖੀਆਂ ਦੀ ਪੂਜਾ ਵੀ ਕੀਤੀ ਜਾਂਦੀ ਆ। ਭਾਰਤ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਪਰ ਜਵਾਲਾਮੁਖੀ ਪਰਬਤਾਂ ਨੂੰ ਪੂਜਿਆ ਜਾਂਦਾ ਵਾ। ਜਵਾਲਾਮੁਖੀ ਕੀ ਹੈਗਾ ਵਾ? ਜਵਾਲਾਮੁਖੀ ਕਿਸ ਤਰੀਕੇ ਦੇ ਨਾਲ ਚੱਲਦਾ ਹੈ? ਜਵਾਲਾਮੁਖੀ ਦੇ ਵਿੱਚ ਜੋ ਲਾਵਾ ਨਿਕਲਦਾ ਉਹ ਕਿਸ ਤਰੀਕੇ ਦੇ ਨਾਲ ਬਣਦਾ, ਇਹਦੇ ਬਾਰੇ ਅੱਜ ਅਸੀਂ ਡਿਟੇਲ ਦੇ ਵਿੱਚ ਸਮਝਾਂਗੇ। ਜਵਾਲਾਮੁਖੀ ਧਰਤੀ ਦੇ ਉੱਪਰ, ਧਰਤੀ ਦੀ ਜਿਹੜੀ ਪੀਪੜੀ ਹੈਗੀ ਆ ਉਹਦੇ ਵਿੱਚ ਇੱਕ ਛੇਕ ਹੋ ਜਾਂਦਾ, ਸੁਰਾਖ ਹੋ ਜਾਂਦਾ। ਉਹ ਸੁਰਾਖ ਇੱਕ ਨਾਲੀ ਦੇ ਜ਼ਰੀਏ ਧਰਤੀ ਦੇ ਅੰਦਰ ਮੈਗਮੇ ਦਾ ਭੰਡਾਰ ਆ। ਇੱਥੇ ਇਹ ਵੀ ਯਾਦ ਰੱਖਣਾ ਜ਼ਰੂਰੀ ਆ ਵੀ ਜਿਹੜਾ ਮੈਗਮਾ ਵਾ ਉਹ ਧਰਤੀ ਦੇ ਸਾਰੇ ਹੀ ਭਾਗਾਂ ਦੇ ਵਿੱਚ ਨਹੀਂ ਪਾਇਆ ਜਾਂਦਾ। ਇੱਥੇ ਜਿੱਥੇ ਵੀ ਇਹ ਮੈਗਮਾ ਧਰਤੀ ਦੇ ਅੰਦਰ ਪਾਇਆ ਜਾਊਗਾ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਜਵਾਲਾਮੁਖੀ ਕਿਰਿਆ ਸਾਨੂੰ ਆਮ ਹੀ ਜਿਹੜੀ ਆ ਉਹ ਦੇਖਣ ਨੂੰ ਮਿਲੂਗੀ। ਧਰਤੀ ਦੇ ਅੰਦਰ ਮੈਗਮਾ ਤਰਲ ਰੂਪ ਦੇ ਵਿੱਚ ਹੁੰਦਾ ਅਤੇ ਇਹ ਉਸ ਪਾਈਪ ਦੇ ਜ਼ਰੀਏ ਧਰਤੀ ਤੋਂ ਬਾਹਰ ਆ ਜਾਂਦਾ। ਜਦੋਂ ਧਰਤੀ ਦੇ ਉੱਪਰ ਕੋਈ ਵੀ ਕਰੈਕ ਆਉਂਦਾ ਹੈ ਜਾਂ ਕੋਈ ਤਰੇੜ ਹੁੰਦੀ ਆ ਤਾਂ ਉਸ ਕਰੈਕ ਦੇ ਵਿੱਚੋਂ ਜਾਂ ਕਹਿ ਦਿਓ ਵੀ ਆਪਣੇ ਪ੍ਰੈਸ਼ਰ ਦੇ ਨਾਲ ਜਦੋਂ ਇਹ ਮੈਗਮਾ ਧਰਤੀ ਤੋਂ ਬਾਹਰ ਆ ਕੇ ਜੰਮਦਾ ਹੈ ਤਾਂ ਉਦੋਂ ਅਸੀਂ ਇਹਨੂੰ ਲਾਵਾ ਕਹਿੰਦੇ ਹਾਂ। ਜਦੋਂ ਜਵਾਲਾਮੁਖੀ ਵਿਸਫੋਟ ਹੁੰਦਾ ਹੈ ਤਾਂ ਜਵਾਲਾਮੁਖੀ ਵਿਸਫੋਟ ਸਮੇਂ ਬਹੁਤ ਸਾਰੀਆਂ ਹਾਨੀਕਾਰਕ ਗੈਸਾਂ, ਬਹੁਤ ਸਾਰੀ ਭਾਫ਼ ਅਤੇ ਸੰਘਣੇ ਧੂੜ ਮਿੱਟੀ ਦੇ ਜਿਹੜੇ ਬੱਦਲ ਨੇ ਉਹ ਛਾ ਜਾਂਦੇ ਨੇ। ਕਈ ਦਿਨ, ਕਈ ਮਹੀਨੇ ਜਿਹੜਾ ਵਾ ਇਹ ਬੱਦਲ ਛੱਡਦੇ ਨਹੀਂ ਹੈਗੇ। ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਹਵਾਈ ਆਵਾਜਾਈ ਹੈ ਜਿਹੜੀ ਉਹ ਰੁਕ ਜਾਂਦੀ ਆ। ਬਹੁਤ ਦਿਨਾਂ ਤੱਕ ਸੂਰਜ ਆ ਜਿਹੜਾ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲਦਾ। ਪਰ ਇਹਦੇ ਨਾਲ ਜਿਹੜੀਆਂ ਨਵੀਆਂ ਥਾਵਾਂ ਨੇ ਉਹ ਵੀ ਵਿਕਸਿਤ ਹੁੰਦੀਆਂ ਨੇ। ਬਹੁਤ ਸਾਰੇ ਵੱਡੇ ਪੱਥਰ ਨੇ ਜਿਹੜੇ ਉਹ ਬਹੁਤ ਦੂਰ ਤੱਕ ਜਿਹੜੇ ਨੇ ਉਹ ਗਿਰਦੇ ਨੇ। ਜਵਾਲਾਮੁਖੀ ਫਟਣ ਦੀ ਜਿਹੜਾ ਵਿਸਫੋਟ ਆ ਉਹ ਕਈ 100 ਕਿਲੋਮੀਟਰਾਂ ਤੱਕ ਜਿਹੜਾ ਵਾ ਉਹ ਮਹਿਸੂਸ ਕੀਤਾ ਜਾਂਦਾ, ਸੁਣਿਆ ਜਾਂਦਾ ਵਾ। ਅਤੇ ਜਦੋਂ ਜਵਾਲਾਮੁਖੀ ਫਟਦਾ ਹੈ ਤਾਂ ਉਸ ਇਲਾਕੇ ਦੇ ਵਿੱਚ ਭੂਚਾਲ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਹੁੰਦੇ ਨੇ। ਤਾਂ ਦੋ ਤਰ੍ਹਾਂ ਦੀਆਂ ਜਿਹੜੀਆਂ ਕੁਦਰਤੀ ਕਰੋਪੀਆਂ ਨੇ ਉਹਨਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ, ਜਵਾਲਾਮੁਖੀ, ਦੂਸਰਾ ਭੂਚਾਲ। ਤਾਂ ਜਿਹੜਾ ਜਵਾਲਾਮੁਖੀ ਆ ਉਹ ਕਿਸ ਤਰੀਕੇ ਦੇ ਨਾਲ, ਕਿੰਨੇ ਆਪਾਂ ਇਹਨਾਂ ਨੂੰ ਵੱਖ-ਵੱਖ ਭਾਗਾਂ ਦੇ ਵਿੱਚ ਵੰਡ ਕੇ ਪੜ੍ਹਾਂਗੇ, ਇਸ ਨੂੰ ਆਪਾਂ ਸਮਝਾਂਗੇ। ਜਵਾਲਾਮੁਖੀ ਕਿਰਿਆ ਕਿਉਂ ਹੁੰਦੀ ਆ, ਇਹਦੇ ਕਾਰਨ ਕੀ ਨੇ? ਪਹਿਲਾ ਕਾਰਨ ਪਲੇਟ ਟੈਕਟੋਨਿਕ, ਦੂਸਰਾ ਕਾਰਨ ਧਰਤੀ ਦੇ ਹੇਠਾਂ ਲਗਾਤਾਰ ਜਿਹੜਾ ਤਾਪਮਾਨ ਆ ਉਹ ਵੱਧਦਾ ਜਾਂਦਾ, ਤੀਸਰਾ ਕਾਰਨ ਭਾਫ਼ ਅਤੇ ਗੈਸਾਂ ਦੀ ਉਤਪਤੀ ਆ, ਅਤੇ ਚੌਥਾ ਕਾਰਨ ਧਰਤੀ ਦੇ ਉੱਪਰ ਜਿਹੜੇ ਵਲ ਪੈਂਦੇ ਆ, ਪਰਬਤ ਬਣਦੇ ਆ। ਤਾਂ ਪਹਿਲੇ ਕਾਰਨ ਦੇ ਵਿੱਚ ਆਪਾਂ ਪਿਆਰੇ ਵਿਦਿਆਰਥੀਓ ਇਹ ਸਮਝਾਂਗੇ ਵੀ ਧਰਤੀ ਹੈ ਜਿਹੜੀ ਉਹ ਪਲੇਟਾਂ ਦੀ ਬਣੀ ਹੋਈ ਆ। 7 ਵੱਡੀਆਂ ਪਲੇਟਾਂ ਨੇ ਅਤੇ 20 ਛੋਟੀਆਂ ਪਲੇਟਾਂ ਨੇ। ਧਰਤੀ ਦੇ ਇਹ ਸਾਰੀਆਂ ਹੀ ਪਲੇਟਾਂ ਦੇ ਨਾਲ ਧਰਤੀ ਦੀ ਜਿਹੜੀ ਬਣਤਰ ਆ ਉਹ ਸਾਕਾਰ ਹੋਈ ਆ। ਅਤੇ ਇਹਨਾਂ ਪਲੇਟਾਂ ਦੇ ਵਿੱਚ ਜਦੋਂ ਵੀ ਕੋਈ ਮੂਵਮੈਂਟ ਹੁੰਦੀ ਆ ਤਾਂ ਉਹਨਾਂ ਕਿਨਾਰਿਆਂ ਦੇ ਉੱਪਰ, ਉਹਨਾਂ ਥਾਵਾਂ ਦੇ ਉੱਪਰ ਜਿਹੜੇ ਜਵਾਲਾਮੁਖੀ ਆ ਉਹ ਸਹਿਜੇ ਹੀ ਜਿਹੜੇ ਆਸਾਨੀ ਦੇ ਨਾਲ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ ਜੇਕਰ ਉਸ ਇਲਾਕੇ 'ਚ ਮੈਗਮਾ ਹੈਗਾ ਵਾ। ਇਹ ਜਿਹੜੀਆਂ ਪਲੇਟਾਂ ਨੇ ਇਹ ਆਪਸ ਵਿੱਚ ਜਿੱਥੇ ਵੀ ਮਤਲਬ ਦੋ ਪਲੇਟਾਂ ਜਿੱਥੇ ਆਪਸ ਵਿੱਚ ਟਕਰਾਉਂਦੀਆਂ ਨੇ, ਜਾਂ ਇੱਥੇ ਆਪਾਂ ਸਮਝਾਂਗੇ ਵੀ ਜਦੋਂ ਇੱਕ ਪਲੇਟ ਦੂਸਰੀ ਪਲੇਟ ਹੇਠਾਂ ਧੱਸਦੀ ਆ ਤਾਂ ਪ੍ਰੈਸ਼ਰ ਦੇ ਕਾਰਨ ਅੰਦਰਲਾ ਜਿਹੜਾ ਲਾਵਾ ਵਾ ਉਹ ਬਾਹਰ ਆਉਣ ਦੇ ਲਈ ਰਸਤਾ ਬਣਾ ਲੈਂਦਾ ਵਾ ਅਤੇ ਬੜੇ ਪ੍ਰੈਸ਼ਰ ਦੇ ਨਾਲ, ਬੜੇ ਵਿਸਫੋਟ ਦੇ ਨਾਲ ਉਸ ਇਲਾਕੇ ਦੇ ਵਿੱਚ ਜਵਾਲਾਮੁਖੀ ਕਿਰਿਆ ਵਾ ਜਿਹੜੀ ਉਹ ਹੋ ਜਾਂਦੀ ਆ। ਜਵਾਲਾਮੁਖੀ ਵਿਸਫੋਟ ਸਿਰਫ ਧਰਤੀ ਦੇ ਉੱਪਰ ਨਹੀਂ ਹੁੰਦਾ, ਇਹ ਸਮੁੰਦਰਾਂ ਦੇ ਅੰਦਰ ਵੀ ਹੁੰਦਾ। ਪਿਆਰੇ ਵਿਦਿਆਰਥੀਓ, ਤੁਸੀਂ ਜਾਣਦੇ ਹੋ ਵੀ ਧਰਤੀ ਜਿਹੜਾ ਸਾਡੇ ਕੋਲ ਏਰੀਆ 29% ਤੁਸੀਂ ਜਿਹੜਾ ਨੋਟ ਕਰਦੇ ਹੋ, ਲਿਖਦੇ ਹੋ, ਅਤੇ 71% ਸਾਡੇ ਕੋਲ ਸਾਗਰਾਂ ਦਾ ਵਾ। ਤਾਂ ਸਮੁੰਦਰਾਂ ਦੇ ਅੰਦਰ ਵੀ ਜਵਾਲਾਮੁਖੀ ਕਿਰਿਆ ਵਾ ਜਿਹੜੀ ਉਹ ਲਗਾਤਾਰ
ਚੱਲਦੀ ਰਹਿੰਦੀ ਹੈ। ਜਵਾਲਾਮੁਖੀ ਵਿਸਫੋਟ ਸਮੁੰਦਰ ਵਿਚਕਾਰ ਵਿਸਤਾਰ ਦੀ ਸੀਮਾ, ਮੱਧਵਰਤੀ ਕਟਕਾਂ, ਪਲੇਟਾਂ ਦੇ ਖਿਸਕਣ, ਪਹਾੜਾਂ ਦੇ ਬਣਨ ਦੀ ਪ੍ਰਕਿਰਿਆ ਤੇ ਨਾਲ ਜਿਹੜਾ ਵਾ ਇਹ ਹੋਂਦ ਵਿੱਚ ਆਉਂਦਾ। ਵਿਨਾਸ਼ਕਾਰੀ ਜਿਹੜੀਆਂ ਪਲੇਟਾਂ ਨੇ, ਜਦੋਂ ਭਾਰੀ ਪਲੇਟ ਹਲਕੀ ਪਲੇਟ ਹੇਠਾਂ ਧੱਸਦੀ ਹੈ, ਜਿੱਦਾਂ ਆਪਾਂ ਪਹਿਲਾਂ ਕਹਿ ਚੁੱਕੇ ਹਾਂ, ਤਾਂ ਉਸ ਦੇ ਨਾਲ ਜਿਹੜਾ ਅੰਦਰਲੇ ਪਾਸੇ ਧਰਤੀ ਦੇ ਅੰਦਰ ਮੈਗਮਾ ਤਰਲ ਤੇ ਬਹੁਤ ਜ਼ਿਆਦਾ ਗਰਮ ਅਵਸਥਾ ਦੇ ਵਿੱਚ ਹੈਗਾ, ਉਹ ਬਾਹਰ ਆਉਣ ਦੇ ਲਈ ਰਸਤਾ ਜਿਹੜਾ ਬਣਾ ਲੈਂਦਾ। ਸੰਸਾਰ ਦੇ ਕਿਰਿਆਸ਼ੀਲ ਜਵਾਲਾਮੁਖੀ ਨੇ ਜਿਹੜੇ, ਉਹ ਪ੍ਰਸ਼ਾਂਤ ਮਹਾਸਾਗਰ 'ਚ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਪਾਏ ਜਾਂਦੇ ਨੇ। ਜਵਾਲਾਮੁਖੀ ਪੈਦਾ ਹੋਣ ਜਾਂ ਜਵਾਲਾਮੁਖੀ ਦੇ ਪੈਦਾ ਹੋਣ ਦੇ ਕਾਰਨਾਂ ਦੇ ਵਿੱਚ ਦੂਜਾ ਵੱਡਾ ਜਿਹੜਾ ਕਾਰਨ ਹੈਗਾ, ਉਹ ਹੈਗਾ ਧਰਤੀ ਦੇ ਅੰਦਰ ਤਾਪਮਾਨ ਲਗਾਤਾਰ ਵੱਧ ਰਿਹਾ। ਜਿਵੇਂ ਜਿਵੇਂ ਅਸੀਂ ਧਰਤੀ ਨੂੰ ਦੇ ਅੰਦਰਲੇ ਪਾਸੇ ਪੜਦੇ ਚਲੇ ਜਾਵਾਂਗੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਸ਼ੇਕ ਕਰਾਂਗੇ, ਤਾਂ ਹਰ 32 ਮੀਟਰ ਤੋਂ ਬਾਅਦ 1 ਡਿਗਰੀ ਸੈਲਸੀਅਸ ਤਾਪਮਾਨ ਆ ਜਿਹੜਾ ਉਹ ਵੱਧ ਜਾਊਗਾ। ਜੇ ਇਹਨੂੰ ਆਪਾਂ ਇੱਦਾਂ ਸਮਝ ਲਾਂਗੇ ਵੀ ਜਿੱਦਾਂ ਪਹਾੜਾਂ 'ਤੇ ਜਾਂਦੇ ਹਾਂ, ਉਚਾਈ ਵਧਣ ਦੇ ਨਾਲ ਤਾਪਮਾਨ ਕੀ ਕਰ ਰਿਹਾ ਵਾ, ਘਟ ਰਿਹਾ। ਸੇਮ ਉਸੇ ਤਰੀਕੇ ਦੇ ਨਾਲ ਧਰਤੀ ਦੇ ਅੰਦਰ ਜਦੋਂ ਅਸੀਂ 32 ਮੀਟਰ ਦੀ ਡੂੰਘਾਈ ਖੁਦਾਈ ਕਰਾਂਗੇ, ਪੱਟਾਂਗੇ, ਤਾਂ 1 ਡਿਗਰੀ ਜਿਹੜਾ ਤਾਪਮਾਨ ਆ ਉਹ ਵੱਧ ਜਾਊਗਾ। ਇਸੇ ਤਰੀਕੇ ਨਾਲ 70 ਫੁੱਟ ਜਾਂ 1 ਕਿਲੋਮੀਟਰ ਜੇਕਰ ਅਸੀਂ ਡੂੰਘਾ ਧਰਤੀ ਦੇ ਅੰਦਰ ਚਲੇ ਜਾਵਾਂਗੇ, ਖੁਦਾਈ ਕਰਾਂਗੇ, ਤਾਂ ਜਿਹੜਾ ਤਾਪਮਾਨ ਆ ਉਹ 25 ਡਿਗਰੀ ਸੈਲਸੀਅਸ ਤੱਕ ਜਿਹੜਾ ਵਾ ਉਹ ਵੱਧ ਜਾਊਗਾ। ਧਰਤੀ ਦੇ ਅੰਦਰ ਬਹੁਤ ਸਾਰੇ ਰੇਡੀਓ ਐਕਟਿਵ ਪਦਾਰਥ ਨੇ ਜਿਹੜੇ ਜਲਦੇ ਆ, ਸੜਦੇ ਆ, ਤੇ ਅੰਦਰ ਧਰਤੀ ਦੇ ਸੰਵਹਿਣ ਧਾਰਾਵਾਂ ਨੇ ਜਿਹੜੀਆਂ ਉਹ ਲਗਾਤਾਰ ਪੈਦਾ ਹੁੰਦੀਆਂ ਰਹਿੰਦੀਆਂ ਨੇ। ਕਹਿਣ ਦਾ ਭਾਵ, ਜਿੰਨਾ ਅਸੀਂ ਧਰਤੀ ਦੇ ਅੰਦਰ ਜਾਂਦੇ ਜਾਵਾਂਗੇ, ਤਾਪਮਾਨ ਉਨਾ ਜ਼ਿਆਦਾ ਵੱਧਦਾ ਚਲੇ ਜਾਊਗਾ। ਇੱਥੇ ਤੁਹਾਨੂੰ ਇਹ ਵੀ ਪਤਾ ਹੈ ਵੀ ਧਰਤੀ ਚਟਾਨਾਂ ਦੀ ਬਣੀ ਹੋਈ ਆ। ਕਿਹੜੀਆਂ ਚਟਾਨਾਂ ਦੀ ਬਣੀ ਹੋਈ ਆ? ਅਗਨੀ ਚਟਾਨਾਂ ਦੀ ਬਣੀ ਹੋਈ ਆ। ਤਾਂ ਧਰਤੀ ਅੰਦਰ ਜਦੋਂ ਇੰਨਾ ਤਾਪਮਾਨ ਹੋ ਜਾਂਦਾ, ਤਾਂ ਧਰਤੀ ਅੰਦਰਲੀਆਂ ਜਿਹੜੀਆਂ ਚਟਾਨਾਂ ਨੇ ਉਹ ਪਿਘਲਣਾ ਸ਼ੁਰੂ ਹੋ ਜਾਂਦੀਆਂ ਨੇ। ਤਾਂ ਕਹਿਣ ਦਾ ਭਾਵ, ਆਪਾਂ ਪਹਿਲਾਂ ਇਹ ਗੱਲ ਸਮਝੀ ਹੈਗੀ ਆ ਪਿਆਰੇ ਵਿਦਿਆਰਥੀਓ, ਵੀ ਜਦੋਂ ਜਵਾਲਾਮੁਖੀ ਫਟਦਾ ਹੈ ਤਾਂ ਜਿਹੜੀਆਂ ਚਟਾਨਾਂ ਬਣਦੀਆਂ ਨੇ, ਤੇ ਉਹੀ ਚਟਾਨਾਂ ਧਰਤੀ ਦੀ ਗਰਮੀ ਦੇ ਨਾਲ ਜਦੋਂ ਪਿਘਲ ਜਾਂਦੀਆਂ ਨੇ ਤਾਂ ਫਿਰ ਤੋਂ ਲਾਵੇ ਦਾ ਰੂਪ ਲੈ ਲੈਂਦੀਆਂ ਨੇ। ਇਸੇ ਨੂੰ ਚਟਾਨਾਂ ਦਾ ਚੱਕਰ ਆ ਜਿਹੜਾ ਤੁਸੀਂ ਆਉਣੇ ਵਾਲੇ ਟਾਈਮ ਦੇ ਵਿੱਚ ਪੜ੍ਹੋਗੇ। ਤਾਂ ਇਹ ਜਿਹੜਾ ਧਰਤੀ ਦੇ ਅੰਦਰ ਬਹੁਤ ਜ਼ਿਆਦਾ ਟੈਂਪਰੇਚਰ ਜਦੋਂ ਹੋ ਜਾਂਦਾ, ਤਾਂ ਸਾਰੇ ਦੀਆਂ ਸਾਰੀਆਂ ਅੰਦਰੂਨੀ ਜਿਹੜੀਆਂ ਧਰਤੀ ਦੇ ਅੰਦਰ ਚਟਾਨਾਂ ਨੇ ਉਹ ਤਰਲ ਰੂਪ ਦੇ ਵਿੱਚ ਹੋ ਜਾਂਦੀਆਂ ਨੇ, ਤੇ ਜਵਾਲਾਮੁਖੀ ਨੂੰ ਜਿਹੜਾ ਮੈਗਮਾ ਵਾ ਉਹ ਪ੍ਰਾਪਤ ਹੋ ਜਾਂਦਾ ਵਾ। ਤੀਸਰਾ ਵੱਡਾ ਕਾਰਨ ਹੈਗਾ ਭਾਫ਼ ਅਤੇ ਗੈਸਾਂ ਦੀ ਉਤਪਤੀ। ਜਵਾਲਾਮੁਖੀ ਦਾ ਜਿਹੜਾ ਵਿਸਫੋਟ ਆ, ਜਾਂ ਕਹਿ ਦਿਓ ਲਾਵੇ ਨੂੰ ਜਾਂ ਮੈਗਮੇ ਨੂੰ ਧਰਤੀ ਦੇ ਵਿੱਚੋਂ ਬਾਹਰ ਲਿਆਉਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਅਦਾ ਕੀਤਾ ਜਾਂਦਾ, ਉਹ ਅੰਦਰਲੀਆਂ ਗੈਸਾਂ ਨੇ। ਤੁਹਾਨੂੰ ਇਹ ਵੀ ਪਤਾ ਹੈ ਵੀ ਧਰਤੀ ਦੇ ਅੰਦਰ ਪਾਣੀ ਦੀਆਂ ਜਿਹੜੀਆਂ ਪਾਣੀ ਦੀ ਪਰਤ ਹੈਗੀ ਆ, ਜਿਹਦੇ ਵਿੱਚੋਂ ਅਸੀਂ ਪਾਣੀ ਧਰਤੀ ਦੇ ਵਿੱਚੋਂ ਪ੍ਰਾਪਤ ਕਰਦੇ ਹਾਂ। ਜਦੋਂ ਧਰਤੀ ਦੇ ਉੱਪਰ ਮੀਂਹ ਪੈਂਦਾ ਤਾਂ ਸਿਮਦਾ ਹੈ ਪਾਣੀ, ਧਰਤੀ ਦੇ ਅੰਦਰ ਦੁਬਾਰਾ ਤੋਂ ਪਹੁੰਚਦਾ, ਉਹੀ ਪਾਣੀ ਅਸੀਂ ਦੁਬਾਰਾ ਤੋਂ ਵਰਤਦੇ ਹਾਂ। ਮੀਂਹ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਜਦੋਂ ਜਵਾਲਾਮੁਖੀ ਕਿਰਿਆ, ਜਾਂ ਕਹਿ ਦਿਓ ਧਰਤੀ ਦੀ ਗਰਮੀ ਦੇ ਨਾਲ ਜਿਸ ਇਲਾਕੇ ਦੇ ਵਿੱਚ ਮੈਗਮਾ ਹੈਗਾ, ਉਸ ਇਲਾਕੇ ਦੇ ਵਿੱਚੋਂ ਉਹ ਪਾਣੀ ਕਿਹੜੇ ਰੂਪ ਦੇ ਵਿੱਚ ਚੇਂਜ ਹੋ ਜਾਊਗਾ? ਉਹ ਪਾਣੀ ਭਾਫ਼ ਦੇ ਰੂਪ ਦੇ ਵਿੱਚ ਚੇਂਜ ਹੋ ਜਾਊਗਾ। ਹੁਣ ਜਦੋਂ ਭਾਫ਼ ਦੇ ਰੂਪ ਦੇ ਵਿੱਚ ਉਹ ਪਾਣੀ ਚੇਂਜ ਹੋ ਜਾਂਦਾ, ਤਾਂ ਭਾਫ਼ ਉਸ ਇਲਾਕੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਆ। ਦੇਖੋ, ਸਾਡੇ ਸਾਰੇ ਜਿਹੜੇ ਘਰਾਂ ਦੇ ਵਿੱਚ ਪ੍ਰੈਸ਼ਰ ਕੁੱਕਰ ਹੈਗਾ ਵਾ, ਤਾਂ ਪਾਣੀ ਉਸ ਕੁੱਕਰ ਦੇ ਵਿੱਚ ਕਿਸ ਰੂਪ ਦੇ ਵਿੱਚ ਚੇਂਜ ਹੋ ਜਾਂਦਾ? ਭਾਫ਼ ਦੇ ਰੂਪ ਦੇ ਵਿੱਚ ਚੇਂਜ ਹੋ ਜਾਂਦਾ। ਤੇ ਇੱਕ ਬਹੁਤ ਭਾਰੀ ਜਿਹੜੀ ਸੀਟੀ ਆ, ਉਹ ਵਿਸਲ, ਉਹਦੀ ਆਵਾਜ਼ ਜਿਹੜੀ ਸਾਨੂੰ ਸੁਣਾਈ ਦਿੰਦੀ ਆ। ਤਾਂ ਇੱਦਾਂ ਹੀ ਆਪਾਂ ਸਮਝਾਂਗੇ ਵੀ ਧਰਤੀ ਦੇ ਅੰਦਰਲੇ ਜਿਹੜਾ ਪਾਣੀ ਆ, ਉਹ ਭਾਫ਼ ਦੇ ਰੂਪ ਦੇ ਵਿੱਚ ਜਦੋਂ ਚੇਂਜ ਹੋ ਜਾਂਦਾ, ਤਾਂ ਫਿਰ ਧਰਤੀ ਦੇ ਅੰਦਰੋਂ ਕਿਸੇ ਵੀ ਛੋਟੇ ਤੋਂ ਛੋਟੇ ਕਰੈਕ ਰਾਹੀਂ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਵਾ। ਭੂਗਰਭ ਵਿੱਚ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ, ਮੈਗਮੇ ਦੇ ਸੰਪਰਕ ਵਿੱਚ ਆਉਣ ਕਰਕੇ ਪਾਣੀ ਆ ਜਿਹੜਾ ਉਹ ਭਾਫ਼ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਂਦਾ। ਭੂਗਰਭ ਦੇ ਵਿੱਚ 80 ਤੋਂ ਲੈ ਕੇ 95% ਤੱਕ ਜਿਹੜੇ ਜਲਵਾਸ਼ਪ ਨੇ ਉਹ ਭਾਫ਼ ਦਾ ਰੂਪ ਲੈ ਜਾਂਦੇ ਨੇ। ਤੇ ਇਸ ਤੋਂ ਇਲਾਵਾ ਜਦੋਂ ਜਵਾਲਾਮੁਖੀ ਵਿਸਫੋਟ ਹੁੰਦਾ, ਤਾਂ ਗੈਸਾਂ ਵੀ ਧਰਤੀ ਦੇ ਅੰਦਰ ਬਹੁਤ ਸਾਰੀਆਂ ਗੈਸਾਂ ਨੇ, ਸਾਡੇ ਵਾਯੂਮੰਡਲ 'ਚ ਵੀ ਬਹੁਤ ਸਾਰੀਆਂ ਗੈਸਾਂ ਨੇ। ਤੇ ਧਰਤੀ ਦੇ ਅੰਦਰੋਂ ਕਿਹੜੀਆਂ ਗੈਸਾਂ ਉਸ ਟਾਈਮ ਜਿਹੜੀਆਂ ਜਵਾਲਾਮੁਖੀ ਵਿਸਫੋਟ ਸਮੇਂ ਬਾਹਰ ਆਉਂਦੀਆਂ ਨੇ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮਾਤਰਾ ਹੈਗੀ ਆ ਉਹ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਹਾਈਡਰੋਜਨ ਅਤੇ ਅਮੋਨੀਆ। ਬਹੁਤ ਹਾਨੀਕਾਰਕ ਜਿਹੜੀ ਗੈਸ ਅਮੋਨੀਆ, ਇਹ ਉਸ ਇਲਾਕੇ ਦੇ ਵਿੱਚ ਲੋਕਾਂ ਦੀ ਜਿਹੜੀ ਮੁਸ਼ਕਲਾਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਵਧਾ ਦਿੰਦੀਆਂ ਨੇ। ਜਦੋਂ ਇਹ ਗੈਸਾਂ ਤੇ ਇਹ ਭਾਫ਼ ਉਸ ਇਲਾਕੇ 'ਚੋਂ ਬੜੀ ਤੇਜ਼ੀ ਦੇ ਨਾਲ ਬਾਹਰ ਆਉਂਦੀ ਆ, ਤਾਂ ਫਿਰ ਉਸ ਇਲਾਕੇ ਦੇ ਵਿੱਚ ਜਵਾਲਾਮੁਖੀ ਵਿਸਫੋਟ ਆ ਜਿਹੜਾ ਉਹ
ਬੜੇ ਆਸਾਨੀ ਤਰੀਕੇ ਦੇ ਨਾਲ ਹੋ ਜਾਂਦਾ ਵਾ। ਲੋਕਾਂ ਨੂੰ ਬੜੀ ਦੂਰ ਤੋਂ ਜਿਹੜੇ ਨੇ ਇਹ ਗੈਸ ਤੇ ਭਾਫ ਆ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਜਵਾਲਾਮੁਖੀ ਵਿਸਫੋਟ ਹੋਣ ਦੇ ਕਾਰਨਾਂ 'ਚ ਚੌਥਾ ਕਾਰਨ ਹੈਗਾ ਧਰਤੀ ਦੇ ਉੱਪਰ ਬਲ ਪੈ ਜਾਂਦੇ ਨੇ। ਪਰਬਤ ਨਿਰਮਾਣ, ਜਦੋਂ ਅਸੀਂ ਪਰਬਤਾਂ ਨੂੰ ਦੂਰੋਂ ਦੇਖਦੇ ਹਾਂ ਤਾਂ ਸਾਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ ਧਰਤੀ ਦੇ ਉੱਪਰ ਬਲ ਪਏ ਹੋਏ ਨੇ, ਉੱਚੇ ਨੇ ਨੀਵੇਂ ਨੇ, ਫਿਰ ਉੱਚੇ ਨੇ, ਫਿਰ ਨੀਵੇਂ ਨੇ। ਜਦੋਂ ਪਰਬਤ ਨਿਰਮਾਣ ਸ਼ਕਤੀਆਂ ਭਾਵ ਧਰਤੀ ਦੇ ਉੱਪਰ ਬਲ ਪੈਂਦੇ ਆ, ਉਸ ਵੇਲੇ ਜਿਹੜੇ ਮੈਗਮੇ ਦੇ ਭੰਡਾਰ ਨੇ ਉਹ ਨੀਵੇਂ ਥਾਵਾਂ ਤੋਂ ਉੱਚੇ ਆ ਜਾਂਦੇ ਆ। ਜਦੋਂ ਉੱਪਰ ਹੋ ਜਾਂਦੇ ਆ ਜਾਂ ਉਚਾਈ ਦੇ ਵਿੱਚ ਆ ਜਾਂਦੇ ਆ, ਧਰਤੀ ਦੀ ਪੇਪੜੀ ਤੱਕ ਪਹੁੰਚ ਜਾਂਦੇ ਆ ਜਾਂ ਉਹਨਾਂ ਦੀ ਦੂਰੀ ਆ ਜਿਹੜੀ ਘਟ ਜਾਂਦੀ ਆ, ਤਾਂ ਫਿਰ ਜਵਾਲਾਮੁਖੀ ਵਿਸਫੋਟ ਹੋਣ ਦੇ ਵਿੱਚ ਉਹ ਸਹਾਇਤਾ ਜਿਹੜੀ ਆ ਉਹ ਹੋ ਜਾਂਦੀ ਆ। ਧਰਤੀ ਦੇ ਵਿੱਚ ਪਰਬਤ ਨਿਰਮਾਣਕਾਰੀ ਜਿਹੜੀਆਂ ਸ਼ਕਤੀਆਂ ਨੇ, ਤਲਛਟੀ ਚਟਾਨਾਂ ਅਤੇ ਸੰਪੀੜਨ ਦੀ ਕਿਰਿਆ, ਇਹਦੇ ਨਾਲ ਧਰਤੀ ਦੇ ਉੱਪਰ ਜਿਹੜੇ ਨੇ ਬਲ ਪੈਂਦੇ ਨੇ। ਜਦੋਂ ਅਸੀਂ ਚਟਾਨਾਂ ਦਾ ਜਿਹੜਾ ਪਾਠ ਪੜ੍ਹ ਕੇ ਗਏ ਸੀਗੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਹੁਤ ਡਿਟੇਲ 'ਚ ਸਮਝਿਆ ਸੀ। ਇਸ ਕਾਰਨ ਕਈ ਧਰਤੀ ਦੇ ਹਿੱਸੇ ਉੱਚੇ ਹੋ ਜਾਂਦੇ ਨੇ ਅਤੇ ਕਈ ਨੀਵੇਂ ਹੋ ਜਾਂਦੇ ਨੇ, ਅਤੇ ਪਰਬਤ ਨਿਰਮਾਣਕਾਰ ਜਿਹੜੀਆਂ ਸ਼ਕਤੀਆਂ ਜਦੋਂ ਕੰਮ ਕਰਦੀਆਂ ਨੇ ਤਾਂ ਬਹੁਤ ਸਾਰੇ ਧਰਤੀ ਦੇ ਨੀਵੇਂ ਹਿੱਸੇ ਨੇ ਜਿਹੜੇ ਉਹ ਉੱਚੇ ਹੋ ਜਾਂਦੇ ਨੇ। ਅਤੇ ਮੈਗਮੇ, ਜੇਕਰ ਕਿਸੇ ਇਲਾਕੇ ਦੇ ਵਿੱਚ ਮੈਗਮਾ ਹੈਗਾ, ਉਸ ਇਲਾਕੇ ਦੇ ਉੱਪਰ ਜਿਹੜਾ ਦਬਾਅ ਆ ਉਹ ਕੀ ਹੋ ਜਾਊਗਾ, ਉਹ ਘਟ ਜਾਊਗਾ। ਅਜਿਹੇ ਖੇਤਰਾਂ ਵਿੱਚ ਲਾਵਾ ਧਰਤੀ ਦੇ ਉੱਪਰ ਵੱਲ ਨੂੰ, ਮੈਗਮਾ ਧਰਤੀ ਦੇ ਉੱਪਰ ਵੱਲ ਨੂੰ ਵੱਧਦਾ ਆ ਅਤੇ ਬਾਹਰ ਆ ਕੇ ਜੰਮਦਾ ਆ, ਅਤੇ ਉਸ ਵੇਲੇ ਅਸੀਂ ਉਹਨੂੰ ਕੀ ਕਹਿੰਦੇ ਆ ਪਿਆਰੇ ਵਿਦਿਆਰਥੀਓ, ਉਹਨੂੰ ਲਾਵੇ ਦਾ ਨਾਮ ਅਸੀਂ ਦਿੰਦੇ ਹਾਂ। 4 ਕਾਰਨਾਂ ਤੋਂ ਬਾਅਦ ਹੁਣ ਅਸੀਂ ਇਹ ਸਮਝਾਂਗੇ ਵੀ ਜਵਾਲਾਮੁਖੀ ਕਿਰਿਆ ਨੂੰ ਅਸੀਂ ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਭਾਵ ਜਵਾਲਾਮੁਖੀ ਦਾ ਜਿਹੜਾ ਵਿਸਫੋਟ ਆ ਉਹਨੂੰ ਕਿੰਨੇ ਭਾਗਾਂ ਦੇ ਵਿੱਚ ਅੱਗਿਓਂ ਅਸੀਂ ਵੰਡ ਕੇ ਸਮਝ ਸਕਦੇ ਹਾਂ। ਤਾਂ ਜਵਾਲਾਮੁਖੀ ਵਿਸਫੋਟ ਜ਼ਰੂਰੀ ਨਹੀਂ ਹੈਗਾ ਵੀ ਜਵਾਲਾਮੁਖੀ ਫਟੂਗਾ ਤੇ ਬਹੁਤ ਦੂਰ ਤੱਕ ਲੋਕਾਂ ਨੂੰ ਸੁਣਾਈ ਦੇਊਗਾ। ਕਈ ਵਾਰ ਜਵਾਲਾਮੁਖੀ ਇਸ ਤਰੀਕੇ ਦੇ ਨਾਲ ਫਟਦਾ ਵੀ ਉਹਦਾ ਲਾਵਾ ਬੜੇ ਚੁਪਚਪੀਤੇ ਢੰਗ ਦੇ ਨਾਲ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਫੈਲ ਜਾਂਦਾ ਵਾ। ਤਾਂ ਜਵਾਲਾਮੁਖੀ ਵਿਸਫੋਟ ਕਿੰਨੇ ਤਰ੍ਹਾਂ ਦੇ ਨੇ, ਉਹਨਾਂ ਦੇ ਵਿੱਚ ਪਹਿਲਾ ਜਿਹੜਾ ਵਿਸਫੋਟ ਹੈਗਾ ਉਹ ਹੈਗਾ ਹਵਾਈਅਨ ਵਿਸਫੋਟ। ਹਵਾਈਅਨ ਵਿਸਫੋਟ ਉੱਤਰੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇੱਕ ਟਾਪੂ ਆ ਹਵਾਈ ਦੀਪ, ਤੁਸੀਂ ਨਕਸ਼ੇ ਦੇ ਉੱਪਰ ਜ਼ਰੂਰ ਉਹਨੂੰ ਭਰਦੇ ਹੋ, ਸਮਝਦੇ ਹੋ। ਉਸ ਹਵਾਈ ਦੀਪ ਦੇ ਉੱਪਰ ਜਿਹੜਾ ਜਵਾਲਾਮੁਖੀ ਫਟਦਾ, ਉੱਥੋਂ ਅਸੀਂ ਇਹਦਾ ਨਾਮ ਹਵਾਈਅਨ ਜਿਹੜਾ ਵਿਸਫੋਟ ਆ ਉਹ ਰੱਖਿਆ ਵਾ। ਇਸ ਜਵਾਲਾਮੁਖੀ ਵਿਸਫੋਟ ਦੇ ਵਿੱਚ ਲਾਵਾ ਵਾ ਜਿਹੜਾ ਉਹ ਬਹੁਤ ਜ਼ਿਆਦਾ ਤਰਲ ਅਵਸਥਾ 'ਚ ਹੁੰਦਾ ਵਾ, ਜਦ ਕਦੋਂ ਪਤਲਾ ਹੁੰਦਾ ਅਤੇ ਬਾਹਰ ਆ ਕੇ ਬੜੀ ਦੂਰ ਤੱਕ ਜਿਹੜਾ ਵਾ ਉਹ ਵਿਛ ਜਾਂਦਾ ਵਾ। ਤਾਂ ਜਿਹੜਾ ਜਵਾਲਾਮੁਖੀ ਦਾ ਕੋਣ ਆ ਉਹ ਜ਼ਿਆਦਾ ਉੱਚਾ ਨਹੀਂ ਬਣਦਾ, ਨੀਵਾਂ ਰਹਿ ਜਾਂਦਾ ਵਾ। ਤਾਂ ਇਹਨੂੰ ਅਸੀਂ ਪਹਿਲੀ ਜਿਹੜੀ ਕਿਸਮ ਦੇ ਵਿੱਚ ਆਪਾਂ ਲੈ ਕੇ ਚੱਲਦੇ ਹਾਂ ਉਹ ਹੈਗਾ ਹਵਾਈਅਨ ਵਿਸਫੋਟ। ਦੂਸਰਾ ਹੈਗਾ ਸਾਡੇ ਕੋਲ ਸਟ੍ਰੋਮਬਿਲੀਅਨ ਵਿਸਫੋਟ। ਸਟ੍ਰੋਮਬਿਲੀਅਨ ਵਿਸਫੋਟ, ਇਹਨਾਂ ਦੋਨਾਂ ਦੇ ਵਿੱਚ ਬਹੁਤ ਥੋੜ੍ਹਾ ਜਿਹਾ ਫਰਕ ਆ। ਤੁਸੀਂ ਥੋੜ੍ਹਾ ਜਿਹੜਾ ਫਰਕ ਆ ਉਸ ਨੂੰ ਯਾਦ ਰੱਖੋਗੇ ਤਾਂ ਤੁਹਾਨੂੰ ਇਹਨਾਂ ਕਿਸਮਾਂ ਨੂੰ ਯਾਦ ਕਰਨਾ ਬੜਾ ਸੌਖਾ ਹੋ ਜਾਊਗਾ। ਤਾਂ ਇਸ ਤਰ੍ਹਾਂ ਦਾ ਜਵਾਲਾਮੁਖੀ ਵਿਸਫੋਟ ਇਟਲੀ ਦੇ ਸਿਸਲੀ ਦੀਪ 'ਤੇ ਪਾਇਆ ਜਾਂਦਾ। ਅਤੇ ਸਟ੍ਰੋਮਬਿਲੀਅਨ ਜਵਾਲਾਮੁਖੀ ਵਿਸਫੋਟ ਦੇ ਵਿੱਚ ਜਿਹੜਾ ਮੈਗਮਾ ਉਹ ਬਾਹਰ ਆ ਕੇ ਦੂਰ ਤੱਕ ਨਹੀਂ ਫੈਲਦਾ, ਇੱਕ ਨੇੜੇ ਦੀ ਨੇੜੇ ਜੋ ਕਹਿ ਸਕਦੇ ਹਾਂ ਵੀ ਉਹ ਨਾਲ ਦੀ ਨਾਲੇ ਜਿਹੜਾ ਵਾ ਉਹ ਜੰਮਣਾ ਸ਼ੁਰੂ ਹੋ ਜਾਂਦਾ। ਅਤੇ ਇਹਦੀ ਜਿੱਦਾਂ ਆਪਾਂ ਪਹਿਲੇ ਦੇ ਵਿੱਚ ਗੱਲ ਕੀਤੀ ਸੀ ਵੀ ਲਾਵਾ ਬਹੁਤ ਜ਼ਿਆਦਾ ਤਰਲ ਅਵਸਥਾ ਦੇ ਵਿੱਚ ਆ, ਇਹਦੇ ਵਿੱਚ ਜਿਹੜੀ ਮੈਗਮੇ ਦੀ ਤਰਲ ਅਵਸਥਾ ਉਹ ਥੋੜ੍ਹਾ ਜਿਹਾ ਉਹਦੇ 'ਚ ਗਾੜਾਪਣ ਆ ਜਾਂਦਾ ਵੀ ਜਿਹੜਾ ਮੈਗਮਾ ਧਰਤੀ 'ਚੋਂ ਬਾਹਰ ਆਉਂਦਾ ਅਤੇ ਲਾਵੇ ਦੇ ਰੂਪ ਦੇ ਵਿੱਚ ਬਹੁਤ ਦੂਰ ਤੱਕ ਜਿਹੜਾ ਵਾ ਉਹ ਫੈਲਦਾ ਨਹੀਂ ਗਾ, ਨੇੜੇ ਹੀ ਜਿਹੜਾ ਉਹ ਠੰਡਾ ਹੋਣ ਲੱਗ ਜਾਂਦਾ। ਤੀਸਰੇ ਦੇ ਵਿੱਚ ਅਸੀਂ ਤੀਸਰੀ ਕਿਸਮ ਦੇ ਵਿੱਚ ਪੜ੍ਹਾਂਗੇ ਅਸੀਂ ਵੋਲਕੀਨੀਅਨ ਪ੍ਰਕਾਰ ਦਾ ਜਿਹੜਾ ਵਿਸਫੋਟ ਆ। ਇਸ ਵਿਸਫੋਟ ਸਮੇਂ ਜਿਹੜਾ ਲਾਵਾ ਵਾ ਉਹ ਬਹੁਤ ਜ਼ਿਆਦਾ ਗਾੜਾ ਹੋ ਜਾਂਦਾ ਅਤੇ ਨਿਕਲਦੇ ਸਾਰ ਹੀ ਜਦੋਂ ਧਰਤੀ ਤੋਂ ਬਾਹਰ ਆਉਂਦਾ, ਆਪਾਂ ਇਸ ਚੀਜ਼ ਨੂੰ ਪਹਿਲਾਂ ਸਮਝ ਚੁੱਕੇ ਹਾਂ ਵੀ ਜਿਹੜਾ ਧਰਤੀ ਦੇ ਅੰਦਰ ਟੈਂਪਰੇਚਰ ਬਹੁਤ ਜ਼ਿਆਦਾ ਅਤੇ ਲਾਵਾ ਬਹੁਤ ਜ਼ਿਆਦਾ ਗਰਮ ਅਵਸਥਾ 'ਚ, ਤਰਲ ਅਵਸਥਾ 'ਚ ਪਾਇਆ ਜਾਂਦਾ। ਜਦੋਂ ਇਹ ਲਾਵਾ ਧਰਤੀ ਤੋਂ ਬਾਹਰ ਆ ਜਾਂਦਾ ਵਾ ਤਾਂ ਜਦੋਂ ਇਹ ਜੰਮਦਾ ਆ ਤਾਂ ਉਸ ਵੇਲੇ ਧਰਤੀ ਦੇ ਬਾਹਰ ਟੈਂਪਰੇਚਰ ਘੱਟ ਹੋਣ ਕਰਕੇ ਬੜੀ ਛੇਤੀ ਦੇ ਨਾਲ ਇਹ ਜੰਮਣਾ ਵਾ ਜਿਹੜਾ ਇਹ ਸਟਾਰਟ ਕਰ ਜਾਂਦਾ ਵਾ। ਅਤੇ ਇੱਥੇ ਆਪਾਂ ਵੋਲਕੀਨੀਅਨ ਜਿਹੜਾ ਵਿਸਫੋਟ ਆ ਉਹਦੇ ਬਾਰੇ ਆਪਾਂ ਜਾਣ ਚੁੱਕੇ ਹਾਂ ਵੀ ਇਹਦੇ ਵਿੱਚ ਜਿਹੜਾ ਮੈਗਮਾ ਹੈਗਾ ਵਾ ਉਹਦੇ ਵਿੱਚ ਗਾੜਾਪਨ ਜ਼ਿਆਦਾ ਪਾਇਆ ਜਾਂਦਾ ਵਾ। ਫਿਰ ਚੌਥੀ ਕਿਸਮ ਦੇ ਵਿਸਫੋਟ ਦੇ ਵਿੱਚ ਆਪਾਂ ਹੁਣ ਸਮਝਾਂਗੇ ਪੋਲੀਨੀਅਨ ਵਿਸਫੋਟ। ਇਸ ਤਰ੍ਹਾਂ ਦੇ ਵਿਸਫੋਟ ਕਿੱਥੇ ਪਾਏ ਜਾਂਦੇ ਨੇ,
ਤੁਸੀਂ ਨਕਸ਼ੇ ਦੇ ਉੱਪਰ ਇਸ ਨੂੰ ਭਰਨਾ ਵੀ ਹੈਗਾ। ਵੈਸਟ ਇੰਡੀਜ਼ ਵਿੱਚ ਸਥਿਤ ਮਾਊਂਟ ਪੇਲੇ ਇੱਕ ਬਹੁਤ ਵੱਡਾ ਜਵਾਲਾਮੁਖੀ ਵੈਸਟ ਇੰਡੀਜ਼ ਦੇ ਵਿੱਚ ਪਾਇਆ ਜਾਂਦਾ, ਉਹਦੇ ਤੋਂ ਇਸ ਦਾ ਨਾਮ ਆ ਜਿਹੜਾ ਲਿਆ ਗਿਆ। ਇਹ ਸਭ ਤੋਂ ਜ਼ਿਆਦਾ ਵਿਨਾਸ਼ਕਾਰੀ ਜਿਹੜੇ ਜਵਾਲਾਮੁਖੀਆਂ ਦੇ ਵਿੱਚੋਂ ਗਿਣਿਆ ਗਿਆ ਵਾ, ਕਿਉਂਕਿ ਵਿਸਫੋਟ ਸਮੇਂ ਇਹਦੇ ਵਿੱਚੋਂ ਜੋ ਵੀ ਪਦਾਰਥ ਨਿਕਲਦੇ ਨੇ ਉਹ ਬਹੁਤ ਦੂਰ ਤੱਕ, ਤੇ ਜਿਹੜੇ ਧੂੜ ਮਿੱਟੀ ਦੇ ਬੱਦਲ ਬਣਦੇ ਨੇ ਉਹ ਬਹੁਤ ਜ਼ਿਆਦਾ ਉਚਾਈ ਤੱਕ ਜਿਹੜੇ ਨੇ ਬਣਦੇ ਨੇ, ਤੇ ਇਸ ਵਿਸਫੋਟ ਦੀ ਆਵਾਜ਼ ਆ ਜਿਹੜੀ ਬਹੁਤ ਦੂਰ ਜਿਹੜੇ ਇਲਾਕੇ ਨੇ ਉਹਨਾਂ ਨੂੰ ਵੀ ਸੁਣਨ ਨੂੰ ਮਿਲਦੀ ਆ, ਤੇ ਬਹੁਤ ਸਾਰੇ ਠੋਸ ਪਦਾਰਥ ਇਸ ਜਵਾਲਾਮੁਖੀ ਵਿਸਫੋਟ ਸਮੇਂ ਨੇ ਜਿਹੜੇ ਉਹ ਉਸ ਇਲਾਕੇ ਦੇ ਵਿੱਚ ਦੂਰ ਤੱਕ ਖਿੰਡ ਜਾਂਦੇ ਨੇ। 4 ਤਰ੍ਹਾਂ ਦੇ ਵਿਸਫੋਟ ਤੋਂ ਬਾਅਦ ਅਸੀਂ ਪੜ੍ਹਾਂਗੇ ਜਵਾਲਾਮੁਖੀਆਂ ਦੇ ਪ੍ਰਕਾਰ। ਦੇਖੋ, ਇਹਨਾਂ ਜਿਹੜੀਆਂ ਕਿਸਮਾਂ ਬਾਰੇ ਆਪਾਂ ਪੜ੍ਹ ਰਹੇ ਹਾਂ ਉਹਨਾਂ ਨੂੰ ਤੁਸੀਂ ਸੈਪਰੇਟ ਅਲੱਗ-ਅਲੱਗ ਕਰਕੇ ਲਿਖ ਕੇ ਯਾਦ ਕਰਨਾ, ਤੇ ਬੜੇ ਸੌਖੇ ਆ ਇਹਨਾਂ ਨੂੰ ਯਾਦ ਰੱਖਣਾ। ਜਵਾਲਾਮੁਖੀਆਂ ਦੇ ਪ੍ਰਕਾਰ ਦੇ ਵਿੱਚ ਅਸੀਂ ਜਿਹੜੇ ਉਹਨਾਂ ਦੇ ਜਵਾਲਾਮੁਖੀ ਦੇ ਕੋਣ ਨੇ, ਪਿਆਰੇ ਵਿਦਿਆਰਥੀਓ, ਆਪਾਂ ਨੇ ਇਹ ਸਮਝ ਲਿਆ ਵੀ ਜਦੋਂ ਜਵਾਲਾਮੁਖੀ ਫਟਦਾ, ਜਵਾਲਾਮੁਖੀ ਫਟਣ ਦੇ ਅਸੀਂ ਕਾਰਨਾਂ ਬਾਰੇ ਸਮਝ ਲਿਆ, ਜਵਾਲਾਮੁਖੀ ਵਿਸਫੋਟ ਕਿੰਨੇ ਤਰ੍ਹਾਂ ਦੇ ਨੇ ਉਹਨਾਂ ਬਾਰੇ ਸਮਝ ਲਿਆ। ਹੁਣ ਅਸੀਂ ਇਹ ਸਮਝਾਂਗੇ ਵੀ ਜਦੋਂ ਜਵਾਲਾਮੁਖੀ ਫਟ ਜਾਂਦਾ ਵਾ ਤਾਂ ਉਹਦੇ ਅੰਦਰੋਂ ਜਦੋਂ ਮੈਗਮਾ ਬਾਹਰ ਆਉਂਦਾ ਤੇ ਬਾਹਰ ਆ ਕੇ ਲਾਵੇ ਦੇ ਰੂਪ ਦੇ ਵਿੱਚ ਜੰਮ ਜਾਂਦਾ ਤਾਂ ਉਹਦਾ ਜਿਹੜਾ ਕੋਣ ਆ, ਉਹਦੀ ਉਚਾਈ ਜਾਂ ਘੱਟ ਉਚਾਈ ਜਾਂ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਉਹ ਜੰਮਦਾ, ਉਸ ਤਰੀਕੇ ਦੇ ਨਾਲ ਅਸੀਂ ਜਵਾਲਾਮੁਖੀਆਂ ਦੇ ਜਿਹੜੇ ਨਾਮ ਨੇ ਉਹ ਫਿਰ ਰੱਖੇ ਹੋਏ ਨੇ, ਜਾਂ ਆਪਾਂ ਉਸ ਤਰੀਕੇ ਨਾਲ ਉਹਨਾਂ ਨੂੰ ਯਾਦ ਰੱਖਾਂਗੇ। ਤਾਂ ਪਹਿਲਾ ਜਿਹੜਾ ਪ੍ਰਕਾਰ ਹੈਗੀ ਆ ਉਹਦੇ ਵਿੱਚ ਆਪਾਂ ਪੜਾਂਗੇ ਬਸਾਲਟ ਲਾਵਾ ਸ਼ੰਕੂ ਭਾਵ ਤੁਸੀਂ ਇੱਥੇ ਦੇਖ ਪਾ ਰਹੇ ਹੋ ਵੀ ਜਿਹੜਾ ਜਵਾਲਾਮੁਖੀ, ਦੇਖੋ ਆਮ ਪਰਬਤ ਤੇ ਜਵਾਲਾਮੁਖੀ ਦੇ ਵਿੱਚ ਕੀ ਫਰਕ ਹੋਊਗਾ। ਆਮ ਪਰਬਤ ਦੀ ਚੋਟੀ ਹੋਊਗੀ ਤੇ ਜਵਾਲਾਮੁਖੀ ਦੇ ਪਰਬਤ ਦੇ ਉੱਪਰਲੇ ਪਾਸੇ ਲਾਵੇ ਦੇ ਬਾਹਰ ਆਉਣ ਤੋਂ ਬਾਅਦ ਮੂੰਹ ਜਿਹੜਾ ਵਾ ਉਹ ਬਣਿਆ ਹੋਊਗਾ, ਜਾਂ ਕਹਿ ਦਈਏ ਵੀ ਉਹ ਜਿਹੜਾ ਸਰਾਖ ਆ ਉਹ ਜਵਾਲਾਮੁਖੀ ਫਟਣ ਤੋਂ ਬਾਅਦ, ਜਾਂ ਕਹਿ ਦਿਓ ਵੀ ਮੈਗਮਾ ਜੰਮਣ ਤੋਂ ਬਾਅਦ ਉਸ ਤਰੀਕੇ ਦੇ ਨਾਲ ਸਾਨੂੰ ਖਾਲੀ ਜਿਹੜਾ ਵਾ ਦੇਖਣ ਨੂੰ ਮਿਲੂਗਾ। ਭਾਵ ਅਸੀਂ ਸਹਿਜੇ ਹੀ ਦੋਨਾਂ ਪਹਾੜਾਂ ਦੇ ਵਿੱਚ ਫਰਕ ਦੱਸ ਸਕਦੇ ਹਾਂ ਵੀ ਪਰਬਤ ਕੌਣ ਆ ਤੇ ਜਵਾਲਾਮੁਖੀ ਪਰਬਤ ਕਿਹੜਾ ਵਾ। ਇੱਥੇ ਅਸੀਂ ਉਸ ਸ਼ੰਕੂ ਦੇ ਆਕਾਰ ਤੋਂ ਇਹ ਸਮਝਾਂਗੇ ਵੀ ਕਿੰਨੇ ਤਰ੍ਹਾਂ ਦੇ ਜਿਹੜੇ ਉਹ ਸ਼ੰਕੂ ਨੇ ਉਹ ਜਵਾਲਾਮੁਖੀ ਵਿਸਫੋਟ ਤੋਂ ਬਾਅਦ ਨੇ ਜਿਹੜੇ ਬਣਦੇ ਆ। ਤਾਂ ਮੇਰੇ ਨਾਲ ਤੁਸੀਂ ਵੀ ਪੜ੍ਹੋਗੇ। ਪਹਿਲਾ ਹੈਗਾ ਬਸਾਲਟ ਲਾਵਾ ਸ਼ੰਕੂ। ਇਸ ਕਿਸਮ ਦੇ ਸ਼ੰਕੂ ਦਾ ਜਿਹੜਾ ਲਾਵਾ ਵਾ ਉਹ ਪਤਲਾ ਹੋਣ ਕਰਕੇ ਦੂਰ ਤੱਕ ਫੈਲ ਜਾਂਦਾ ਵਾ। ਇਹ ਜਿਹੜੇ ਸ਼ੰਕੂ ਨੇ ਇਹ ਜ਼ਿਆਦਾ ਉੱਚੇ ਨਹੀਂ ਹੁੰਦੇ, ਇਹਨਾਂ ਦੀ ਉਚਾਈ ਬਹੁਤ ਕਹਿ ਦਿਓ ਵੀ ਧਰਤੀ ਦੇ ਲੈਵਲ ਤੋਂ ਥੋੜ੍ਹਾ ਜਿਹਾ ਉੱਚੇ ਹੁੰਦੇ ਨੇ, ਆਸਾਨੀ ਦੇ ਨਾਲ ਆਪਾਂ ਇਹਨਾਂ ਨੂੰ ਪਛਾਣ ਸਕਦੇ ਹਾਂ। ਲਾਵਾ ਪਤਲਾ ਹੋਣ ਕਰਕੇ ਕੋਣ ਜਿਹੜਾ ਇਹਦਾ ਸ਼ੰਕੂ ਆ ਉਹ ਜ਼ਿਆਦਾ ਉੱਚਾ ਨਹੀਂ ਬਣਦਾ, ਤੇ ਨੇੜੇ ਦੇ ਇਲਾਕਿਆਂ ਤੱਕ ਇਹ ਦੂਰ ਤੱਕ ਇੱਕ ਚਾਦਰ ਦੇ ਰੂਪ ਦੇ ਵਿੱਚ ਜਿਹੜਾ ਲਾਵਾ ਵਾ ਉਹ ਵਿਛ ਜਾਂਦਾ ਵਾ। ਤਾਂ ਪਹਿਲੀ ਕਿਸਮ ਦੀ ਜਿਹੜੀ ਉਦਾਹਰਣ ਇਸ ਤਰ੍ਹਾਂ ਦੇ ਜਵਾਲਾਮੁਖੀ ਦੀ ਉਦਾਹਰਣ ਨਿਊਜ਼ੀਲੈਂਡ ਦੇ ਵਿੱਚ ਇੱਕ ਰੰਗੀ ਟੋਟੋ ਇੱਕ ਜਵਾਲਾਮੁਖੀ ਪਾਇਆ ਜਾਂਦਾ ਵਾ, ਤੇ ਉਹ ਇਹਦੀ ਬਹੁਤ ਵਧੀਆ ਜਿਹੜੀ ਉਦਾਹਰਣ ਜਿਹੜੀ ਆ ਉਹ ਮੰਨੀ ਗਈ ਆ। ਬਸਾਲਟ ਲਾਵਾ ਸ਼ੰਕੂ ਤੋਂ ਬਾਅਦ ਹੁਣ ਅਸੀਂ ਪੜਾਂਗੇ ਬਸਾਲਟ ਗੁੰਬਦ। ਹੁਣ ਜਿਹੜਾ ਬਸਾਲਟ ਗੁੰਬਦ ਆ ਇਹਦੇ ਵਿੱਚ ਜਿਹੜਾ ਲਾਵਾ ਵਾ ਉਹ ਪਹਿਲੀ ਕਿਸਮ ਨਾਲੋਂ ਜਿਹੜਾ ਲਾਵਾ ਵਾ ਉਹ ਥੋੜ੍ਹਾ ਗਾੜਾ ਆ, ਜਾਂ ਕਹਿ ਦਿਓ ਵੀ ਇਹਦੇ ਵਿੱਚ ਜਿਹੜਾ ਪਤਲਾਪਣ ਘੱਟ ਆ। ਆਪਾਂ ਪਹਿਲਾਂ ਵੀ ਹਵਾਈ ਟਾਪੂ ਬਾਰੇ ਗੱਲ ਕੀਤੀ ਹੈ, ਹਵਾਈਅਨ ਵਿਸਫੋਟ ਬਾਰੇ ਆਪਾਂ ਨੇ ਗੱਲ ਕੀਤੀ ਆ ਇਸੇ ਲੈਕਚਰ ਦੇ ਵਿੱਚ। ਹਵਾਈ ਦੀਪ ਦੇ ਜਵਾਲਾਮੁਖੀ ਇਸ ਦੀ ਉਦਾਹਰਣ ਹੈ। ਹਵਾਈਅਨ ਵਿਸਫੋਟ ਬਾਰੇ ਆਪਾਂ ਨੇ ਹੁਣੇ ਪੜ੍ਹਿਆ ਸੀ। ਲਾਵਾ ਗੁੰਬਦ ਤਰਲ ਬਸਾਲਟ ਲਾਵੇ ਦੇ ਜੰਮਣ ਦੇ ਨਾਲ ਕੀ ਕਰਦਾ ਵਾ, ਗੁੰਬਦ ਦੇ ਰੂਪ ਦੇ ਵਿੱਚ ਜਿਹੜਾ ਵਾ ਉਹ ਲਾਵਾ ਵਾ ਜੰਮਦਾ ਆ। ਪਹਿਲੀਆਂ ਦੋ ਕਿਸਮਾਂ ਤੋਂ ਬਾਅਦ ਹੁਣ ਅਸੀਂ ਪੜਾਂਗੇ ਤੀਸਰਾ ਹੈਗਾ ਸਿਡਰ ਜਾਂ ਰਾਖ ਸ਼ੰਕੂ। ਜਿਵੇਂ ਨਾਮ ਤੋਂ ਹੀ ਪਤਾ, ਆਪਾਂ ਨੇ ਸ਼ੁਰੂ 'ਚ ਇਹ ਗੱਲ ਕੀਤੀ ਸੀ ਵੀ ਜਦੋਂ ਜਵਾਲਾਮੁਖੀ ਫਟਦਾ ਤਾਂ ਜਵਾਲਾਮੁਖੀ 'ਚੋਂ ਬਹੁਤ ਸਾਰੀ ਰਾਖ, ਬਹੁਤ ਸਾਰੀ ਧੂੜ ਮਿੱਟੀ, ਬਹੁਤ ਸਾਰੇ ਜਿਹੜੇ ਪੱਥਰ ਨੇ ਉਹ ਬਾਹਰ ਆਉਂਦੇ ਨੇ। ਪਰ ਜੇਕਰ ਕਿਸੇ ਜਵਾਲਾਮੁਖੀ 'ਚੋਂ ਰਾਖ ਜ਼ਿਆਦਾ ਬਾਹਰ ਆਵੇ, ਭਾਵ ਰਾਖ ਦੀ ਜਿੱਦਾਂ ਵੀ ਬਹੁਤ ਸਾਰੀਆਂ ਚੀਜ਼ਾਂ ਸੜ ਗਈਆਂ ਜਲਣ ਤੋਂ ਬਾਅਦ ਜਿਹੜੀ ਸਵਾਹ ਬਣਦੀ ਆ, ਜੇਕਰ ਉਹਦੀ ਮਾਤਰਾ ਜ਼ਿਆਦਾ ਹੋਏ ਤਾਂ ਜਾਂ ਕੋਣ ਆ ਜਿਹੜਾ ਉਹ ਸਵਾਹ ਦਾ ਜਾਂ ਜਿਹੜੀ ਰਾਖ ਆ ਐਸ਼ ਦਾ ਬਣਿਆ ਹੋਇਆ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਰਾਖ ਸ਼ੰਕੂ। ਸਿਡਰ ਜਾਂ ਰਾਖ ਸ਼ੰਕੂ ਬਹੁਤ ਜ਼ਿਆਦਾ ਉੱਚੇ ਨਹੀਂ ਹੁੰਦੇ, ਆਸਾਨੀ ਦੇ ਨਾਲ ਇਹਨਾਂ ਨੂੰ ਪਛਾਣਿਆ ਜਾ ਸਕਦਾ ਕਿਉਂਕਿ ਇਹਨਾਂ ਦੀ ਜਿਹੜੀ ਬਣਤਰ ਉਹ ਰਾਖ ਦੀ ਆ। ਇਹ ਜਵਾਲਾਮੁਖੀਆਂ ਦੇ ਸੁਰਾਖ ਦੇ ਆਸ-ਪਾਸ ਹੀ ਇੱਕ ਟਿੱਬੇ ਜਾਂ ਟਿੱਲੇ ਦੇ ਰੂਪ ਦੇ ਵਿੱਚ ਜਿਹੜੀ ਸਵਾਹ ਵਾ ਉਹ ਰਾਖ ਆ ਜਿਹੜੀ ਉਹ ਇਕੱਠੀ ਹੋ ਜਾਂਦੀ ਆ, ਅਤੇ ਸਮੇਂ ਦੇ ਨਾਲ ਨਾਲ ਕੀ ਹੁੰਦਾ ਜਾਂਦਾ, ਇਹਦਾ ਆਕਾਰ ਵੱਧਦਾ ਜਾਂਦਾ। ਕੋਈ ਵੀ ਜਵਾਲਾਮੁਖੀ ਆ ਉਹਦੇ ਵਿੱਚੋਂ ਜਿੰਨੀ ਵਾਰ ਵਿਸਫੋਟ ਹੋਊਗਾ
ਉਨੀ ਵਾਰ ਲਾਵਾ ਉਹਦੇ ਵਿੱਚੋਂ ਬਾਹਰ ਆ ਕੇ ਜੰਮੂਗਾ, ਠੰਡਾ ਹੋਊਗਾ ਅਤੇ ਉਹਦਾ ਕੋਣ ਵੱਧਦਾ ਚਲਾ ਜਾਊਗਾ। ਬਹੁਤ ਵਾਰ ਵਿਦਿਆਰਥੀ ਇਹ ਸਵਾਲ ਕਰਦੇ ਆ ਕਿ ਇੱਕ ਵਾਰ ਦੇ ਵਿੱਚ ਹੀ ਜਿਹੜਾ ਜਵਾਲਾਮੁਖੀ ਪਰਬਤ ਆ ਉਹ ਤਿਆਰ ਹੋ ਜਾਂਦਾ, ਤਾਂ ਜਿੰਨੀ ਵਾਰ ਉਹਦੇ ਵਿੱਚੋਂ ਵਿਸਫੋਟ ਹੁੰਦਾ ਜਾਊਗਾ, ਲਾਵਾ ਜਿੰਨੀ ਵਾਰ ਬਾਹਰ ਆ ਕੇ ਜੰਮੂਗਾ ਤਾਂ ਇਹ ਕੋਣ ਉਨਾ ਜ਼ਿਆਦਾ ਉੱਚਾ ਹੁੰਦਾ ਚਲਾ ਜਾਊਗਾ। ਪਹਿਲੀਆਂ 3 ਕਿਸਮਾਂ ਤੋਂ ਬਾਅਦ ਹੁਣ ਅਸੀਂ ਗੱਲ ਕਰਾਂਗੇ ਚੌਥੀ ਕਿਸਮ ਦੀ, ਜਿਹਨੂੰ ਕਹਿੰਦੇ ਆ ਮਿਸ਼ਰਤ ਸ਼ੰਕੂ। ਜਿਵੇਂ ਨਾਮ ਤੋਂ ਹੀ ਪਤਾ, ਮਿਸ਼ਰਤ ਤੋਂ ਭਾਵ ਮਿਸ਼ਰਣ। ਮਿਸ਼ਰਤ ਸ਼ੰਕੂ ਦਾ ਨਿਰਮਾਣ ਵਿਸਫੋਟ ਦੇ ਸਮੇਂ ਨਿਕਲੇ ਜਵਾਲਾਮੁਖੀ ਪਦਾਰਥ, ਜਿੰਨੇ ਵੀ ਪਦਾਰਥ ਜਵਾਲਾਮੁਖੀ ਫਟਣ ਵੇਲੇ ਧਰਤੀ 'ਚੋਂ ਬਾਹਰ ਆਉਂਦੇ ਆ, ਤਾਂ ਉਹ ਸਾਰੇ ਦੇ ਸਾਰੇ ਧਰਤੀ ਤੋਂ ਬਾਹਰ ਆ ਕੇ ਜੰਮਣਾ ਸ਼ੁਰੂ ਕਰ ਦਿੰਦੇ ਨੇ ਅਤੇ ਅੱਡ-ਅੱਡ ਪਰਤਾਂ ਦੇ ਰੂਪ ਦੇ ਵਿੱਚ ਉਹ ਜੰਮ ਜਾਂਦੇ ਆ। ਤਾਂ ਫਿਰ ਅਸੀਂ ਜਿਹੜੀ ਚੌਥੀ ਕਿਸਮ ਆ ਉਹਨੂੰ ਵੀ ਆਸਾਨੀ ਦੇ ਨਾਲ ਪਛਾਣ ਸਕਦੇ ਆ, ਜਿਹਨੂੰ ਅਸੀਂ ਨਾਮ ਦਿੱਤਾ ਵਾ ਮਿਸ਼ਰਤ ਸ਼ੰਕੂ। ਜਵਾਲਾਮੁਖੀਆਂ ਦੇ ਪ੍ਰਕਾਰਾਂ ਦੇ ਵਿੱਚ ਅਸੀਂ ਹੁਣ 5ਵੇਂ ਅਤੇ ਆਖਰੀ ਜਿਹੜੀ ਕਿਸਮ ਆ ਉਹਦੇ ਬਾਰੇ ਪੜ੍ਹਾਂਗੇ, ਤੇਜ਼ਾਬੀ ਲਾਵਾ ਸ਼ੰਕੂ। ਤਾਂ ਇਸ ਕਿਸਮ ਦੇ ਵਿੱਚ ਜਿੱਦਾਂ ਨਾਮ ਤੋਂ ਹੀ ਪਤਾ ਲੱਗਦਾ ਸਾਨੂੰ ਵੀ ਇਹਦੇ ਵਿੱਚ ਤੇਜ਼ਾਬ ਦੀ ਮਾਤਰਾ ਭਾਵ ਸਿਲਿਕਾ ਦੀ ਮਾਤਰਾ ਜਿਹੜੀ ਹੋਊਗੀ, ਅਤੇ ਜਿਹੜਾ ਲਾਵਾ ਵਾ ਉਹ ਲੇਸਦਾਰ ਹੋਊਗਾ, ਉਹ ਜ਼ਿਆਦਾ ਦੂਰੀ ਤੱਕ ਉਹ ਜ਼ਿਆਦਾ ਦੂਰੀ ਤੈਅ ਨਹੀਂ ਕਰ ਪਾਊਗਾ ਅਤੇ ਨੇੜੇ ਦੀ ਨੇੜੇ ਕੀ ਕਰੂਗਾ, ਉਹ ਜੰਮਣਾ ਸਟਾਰਟ ਕਰ ਦੂਗਾ। ਤੇਜ਼ਾਬੀ ਲਾਵਾ ਸ਼ੰਕੂਆਂ ਦਾ ਨਿਰਮਾਣ ਬਹੁਤ ਜ਼ਿਆਦਾ ਸਿਲਿਕਾ ਦੀ ਮਾਤਰਾ ਅਤੇ ਗਾੜੇ ਲਾਵੇ ਦੇ ਜੰਮਣ ਦੇ ਨਾਲ ਹੁੰਦਾ ਹੈ। ਇਸ ਦੀਆਂ ਢਲਾਣਾਂ ਜ਼ਿਆਦਾ ਤਿੱਖੀਆਂ ਹੁੰਦੀਆਂ ਨੇ। ਤਾਂ ਪਿਆਰੇ ਵਿਦਿਆਰਥੀਓ, ਜਵਾਲਾਮੁਖੀਆਂ ਦੇ ਵੱਖ-ਵੱਖ ਪ੍ਰਕਾਰ ਭਾਵ ਵੱਖ-ਵੱਖ ਕੋਣ ਦੇ ਆਕਾਰ ਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ 5 ਭਾਗਾਂ ਦੇ ਵਿੱਚ ਵੰਡਿਆ। ਪਹਿਲਾਂ ਅਸੀਂ ਬਸਾਲਟ ਲਾਵਾ ਸ਼ੰਕੂ ਪੜ੍ਹਿਆ, ਫਿਰ ਬਸਾਲਟ ਗੁੰਬਦ ਪੜ੍ਹਿਆ, ਫਿਰ ਰਾਖ ਸ਼ੰਕੂ ਪੜ੍ਹਿਆ, ਫਿਰ ਮਿਸ਼ਰਤ ਸ਼ੰਕੂ ਅਤੇ ਫਿਰ ਅਸੀਂ ਤੇਜ਼ਾਬੀ ਲਾਵਾ ਸ਼ੰਕੂ ਪੜ੍ਹ ਲਿਆ। ਅੱਗੇ ਵੱਧਦੇ ਹਾਂ। ਜਵਾਲਾਮੁਖੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਜਵਾਲਾਮੁਖੀ ਜਿਹੜੇ ਪਰਬਤ ਨੇ, ਜਵਾਲਾਮੁਖੀਆਂ ਦੇ ਜਿਹੜੇ ਕੋਣ ਨੇ ਉਹ ਟਾਈਮ ਦੇ ਨਾਲ ਲਗਾਤਾਰ ਵੱਧਦੇ ਰਹਿੰਦੇ ਨੇ। ਬਹੁਤ ਦੂਰੋਂ ਕਈ 100 ਕਿਲੋਮੀਟਰਾਂ ਤੋਂ ਅਸੀਂ ਇਹਨਾਂ ਦੀ ਉਚਾਈ ਹੈ ਜਿਹੜੀ ਆਸਾਨੀ ਦੇ ਨਾਲ ਇਹਨਾਂ ਨੂੰ ਦੇਖ ਸਕਦੇ ਹਾਂ। ਤਾਂ ਜਿਹੜੇ ਬਹੁਤ ਜ਼ਿਆਦਾ ਉੱਚੇ ਜਵਾਲਾਮੁਖੀ ਜਿਹੜੇ ਧਰਤੀ ਦੇ ਉੱਪਰ ਪਾਏ ਜਾਂਦੇ ਨੇ, ਉਹਨਾਂ ਦੇ ਵਿੱਚ ਆਪਾਂ ਨੇ ਜਿਹੜੇ ਆਕਾਰ ਦੇ ਹਿਸਾਬ ਦੇ ਨਾਲ ਧਰਤੀ ਹੇਠਾਂ ਦੱਬੇ ਹੋਏ ਜਾਂ ਜਵਾਲਾਮੁਖੀ ਜਿਹੜੀਆਂ ਭੂਕ੍ਰਿਤੀਆਂ ਨੇ ਵੋਲਕੈਨਿਕ ਟੋਪੋਗ੍ਰਾਫੀ ਦੇ ਵਿੱਚ, ਹੁਣ ਅਸੀਂ ਪਹਿਲਾਂ ਪੜ੍ਹਾਂਗੇ ਕ੍ਰੇਟਰ, ਫਿਰ ਪੜ੍ਹਾਂਗੇ ਕੈਲਡਰਾ। ਦੋਨਾਂ ਦੇ ਵਿੱਚ ਬਹੁਤ ਥੋੜ੍ਹਾ ਹੀ ਫਰਕ ਆ, ਪਰ ਤੁਸੀਂ ਐਗਜ਼ਾਮ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਇਹਨਾਂ ਨੂੰ ਦੋਨਾਂ ਨੂੰ ਅੱਡ-ਅੱਡ ਬੜੇ ਵਧੀਆ ਤਰੀਕੇ ਦੇ ਨਾਲ ਸਮਝਣਾ ਵਾ ਅਤੇ ਯਾਦ ਰੱਖਣਾ। ਤਾਂ ਕ੍ਰੇਟਰ ਕੀ ਆ? ਜਵਾਲਾਮੁਖੀ ਦੇ ਸੁਰਾਖ ਦੇ ਹੇਠਾਂ ਧੱਸ ਜਾਣ ਦੇ ਨਾਲ ਹੋਏ ਵੱਡੇ ਸਾਰੇ ਭੂ ਭਾਗ ਨੂੰ ਅਸੀਂ ਕੀ ਕਹਿੰਦੇ ਹਾਂ? ਕ੍ਰੇਟਰ ਕਹਿੰਦੇ ਹਾਂ। ਜਿੱਦਾਂ ਆਪਾਂ ਇਹ ਸਮਝ ਲਿਆ ਵੀ ਜਵਾਲਾਮੁਖੀ ਦਾ ਜਿਹੜਾ ਕੋਣ ਹੈਗਾ, ਉਹਦਾ ਜਿਹੜਾ ਬਿਲਕੁਲ ਉੱਪਰਲਾ ਪਾਸਾ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਉਹਨੂੰ ਜਵਾਲਾਮੁਖੀ ਦਾ ਮੂੰਹ ਕਹਿੰਦੇ ਹਾਂ। ਪਰ ਜੇਕਰ ਕਿਸੇ ਕਿਰਿਆ ਨਾਲ ਇਹ ਹੇਠਾਂ ਨੂੰ ਧੱਸ ਜਾਵੇ, ਇਹਦਾ ਆਕਾਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਡਾ ਹੋ ਜਾਵੇ, ਤਾਂ ਉਦੋਂ ਅਸੀਂ ਇਹਨੂੰ ਜਵਾਲਾਮੁਖੀ ਦੀ ਥਾਂ 'ਤੇ ਕ੍ਰੇਟਰ ਜਵਾਲਾਮੁਖੀ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਕ੍ਰੇਟਰ ਕੁੱਪੀ ਦੇ ਰੂਪ ਦੇ ਵਿੱਚ ਵਰਗਾ ਹੁੰਦਾ। ਕ੍ਰੇਟਰ ਦੀਆਂ ਅੰਦਰੂਨੀ ਦੀਵਾਰਾਂ ਦੀ ਜਿਹੜੀ ਢਲਾਣ ਆ ਉਹ ਬਹੁਤ ਜ਼ਿਆਦਾ ਤਿੱਖੀ ਹੁੰਦੀ ਆ ਅਤੇ ਡੂੰਘਾਈ ਕਈ 100 ਮੀਟਰਾਂ ਤੱਕ ਹੋ ਸਕਦੀ ਆ। ਕ੍ਰੇਟਰ ਦਾ ਨਿਰਮਾਣ ਬਹੁਤ ਜ਼ਿਆਦਾ ਵੱਡੇ ਵਿਸਫੋਟ ਕਰਕੇ ਵੀ ਹੋ ਸਕਦਾ। ਇਹ ਵੀ ਮੰਨਿਆ ਜਾਂਦਾ ਵੀ ਜਵਾਲਾਮੁਖੀ ਵਿਸਫੋਟ ਤੋਂ ਬਾਅਦ ਜਵਾਲਾਮੁਖੀ ਦਾ ਮੂੰਹ ਆ ਜਾਂ ਜਿਹੜੀ ਪਾਈਪ ਆ ਉਹਦੇ ਵਿੱਚ ਵੀ ਲਾਵਾ ਜੰਮ ਜਾਂਦਾ ਵਾ, ਬੰਦ ਹੋ ਜਾਂਦਾ। ਤਾਂ ਜਦੋਂ ਦੁਬਾਰਾ ਤੋਂ ਜਵਾਲਾਮੁਖੀ ਫਟਦਾ ਤਾਂ ਵਿਸਫੋਟ ਹੋਰ ਵੀ ਜ਼ਿਆਦਾ ਵੱਡਾ ਹੋ ਜਾਂਦਾ। ਤਾਂ ਉਸ ਵੇਲੇ ਬਹੁਤ ਸਾਰਾ ਵੱਡਾ ਹਿੱਸਾ ਜਿਹੜਾ ਵਾ ਜਵਾਲਾਮੁਖੀ ਦੇ ਮੂੰਹ ਦਾ ਉਹ ਉੱਡ ਜਾਂਦਾ, ਜਿੱਦਾਂ ਕਿਸੇ ਵੀ ਬੰਬ ਵਿਸਫੋਟ ਵੇਲੇ ਜਿੱਦਾਂ ਹੁੰਦਾ ਨਾ। ਤਾਂ ਕਹਿਣ ਦਾ ਭਾਵ ਵੀ ਇਹ ਆਮ ਜਵਾਲਾਮੁਖੀ ਜਿਹੜੇ ਪਰਬਤ ਨੇ ਉਹਨਾਂ ਨਾਲੋਂ ਇਹਦਾ ਜਿਹੜਾ ਆਕਾਰ ਆ ਉਹ ਵੱਡਾ ਹੁੰਦਾ। ਫਿਰ ਜਵਾਲਾਮੁਖੀ ਦੇ ਸੁਰਾਖ ਦੇ ਹੇਠਾਂ ਧੱਸ ਜਾਣ ਦੀ ਕਿਰਿਆ ਨੂੰ ਵੀ ਇਹਦਾ ਨਿਰਮਾਣ ਹੋਣਾ ਕਹਿੰਦੇ ਨੇ। USA ਦੇ ਸੰਯੁਕਤ ਰਾਜ ਅਮਰੀਕਾ ਦੇ ਐਲ ਸੈਲਵੇਡੋਰ ਦੇ ਵਿੱਚ ਸੈਂਟਿਆਨਾ ਕ੍ਰੇਟਰ ਇਹਦੀ ਸਭ ਤੋਂ ਵੱਡੀ ਜਿਹੜੀ ਉਦਾਹਰਣ ਮੰਨੀ ਜਾਂਦੀ ਆ। ਤਾਂ ਕ੍ਰੇਟਰ ਉਹ ਜਵਾਲਾਮੁਖੀ ਜਾਂ ਆਪਾਂ ਕਹਿ ਦਈਏ ਵੀ ਧਰਤੀ ਦੇ ਉੱਪਰ ਪਾਇਆ ਜਾਣ ਵਾਲਾ ਜਿਹੜਾ ਜਵਾਲਾਮੁਖੀ ਹੈ ਜਿਹਦਾ ਮੂੰਹ ਬਹੁਤ ਜ਼ਿਆਦਾ ਵੱਡਾ ਵਾ। ਤਾਂ ਫਿਰ ਕ੍ਰੇਟਰ ਤੋਂ ਬਾਅਦ ਦੂਸਰਾ ਜਿਹੜਾ ਨਾਮ ਆਉਂਦਾ ਉਹ ਹੈਗਾ ਵਾ ਕੈਲਡਰਾ ਦਾ। ਕੈਲਡਰਾ ਦੇ ਨਿਰਮਾਣ ਸੰਬੰਧੀ 2 ਤਰ੍ਹਾਂ ਦੀ ਮੱਤ ਆ। ਜਿਹੜੇ ਵਿਗਿਆਨਕ ਨੇ ਉਹ ਇਹ ਕਹਿੰਦੇ ਆ ਵੀ ਹੋ ਸਕਦਾ ਇਹਦਾ ਨਿਰਮਾਣ ਕ੍ਰੇਟਰ ਦੇ ਹੀ ਵਧਣ ਦੇ ਨਾਲ ਹੋਇਆ ਵਾ। ਆਪਾਂ ਹੁਣ ਇਹਨੂੰ ਸਮਝਾਂਗੇ। ਕੈਲਡਰਾ, ਬਹੁਤ ਜ਼ਿਆਦਾ ਵੱਡੇ ਕ੍ਰੇਟਰ ਨੂੰ ਕੈਲਡਰਾ ਕਿਹਾ ਜਾਂਦਾ। ਕੈਲਡਰਾ ਦੀ ਉਤਪਤੀ ਬਾਰੇ 2 ਧਾਰਨਾਵਾਂ ਪ੍ਰਚਲਿਤ ਨੇ। ਪਹਿਲੀ ਧਾਰਨਾ ਅਨੁਸਾਰ ਇਹ ਮੰਨਿਆ ਜਾਂਦਾ ਕਿ ਕ੍ਰੇਟਰ ਜਦੋਂ ਵਧੀ ਜਾਂਦਾ
ਤਾਂ ਕੀ ਬਣ ਜਾਂਦਾ, ਉਹ ਕੈਲਡਰਾ ਬਣ ਜਾਂਦਾ। ਪਰ ਦੂਸਰੀ ਧਾਰਨਾ ਇਹ ਕਹਿੰਦੇ ਆ ਵੀ ਕੈਲਡਰਾ ਵਿੱਚ ਬਹੁਤ ਜ਼ਿਆਦਾ, ਜਦੋਂ ਕ੍ਰੇਟਰ ਦੇ ਵਿੱਚ ਬਹੁਤ ਵੱਡਾ ਵਿਸਫੋਟ ਹੁੰਦਾ, ਜਿੱਦਾਂ ਆਪਾਂ ਪਹਿਲਾਂ ਕਿਹਾ ਸੀ ਵੀ ਕ੍ਰੇਟਰ ਦੇ ਵਿੱਚ ਆਮ ਜਵਾਲਾਮੁਖੀ 'ਚ ਵੱਡਾ ਵਿਸਫੋਟ ਹੁੰਦਾ ਤਾਂ ਜਿਹੜਾ ਕ੍ਰੇਟਰ ਬਣ ਜਾਂਦਾ, ਤਾਂ ਜਦੋਂ ਕ੍ਰੇਟਰ ਦੇ ਵਿੱਚ ਵੱਡਾ ਵਿਸਫੋਟ ਹੁੰਦਾ ਤਾਂ ਉਹਦਾ ਮੂੰਹ ਹੋਰ ਜ਼ਿਆਦਾ ਵੱਡਾ ਹੋ ਜਾਂਦਾ ਵਾ, ਤਾਂ ਉਸ ਨੂੰ ਅਸੀਂ ਫਿਰ ਕੀ ਕਹਿੰਦੇ ਹਾਂ, ਉਹਨੂੰ ਅਸੀਂ ਕੈਲਡਰਾ ਦਾ ਨਾਮ ਦਿੰਦੇ ਹਾਂ। ਇਹ ਬਹੁਤ ਜ਼ਿਆਦਾ ਵੱਡਾ ਅਤੇ ਜਿਹੜਾ ਵਿਨਾਸ਼ਕਾਰੀ ਵਿਸਫੋਟ ਤੋਂ ਬਾਅਦ ਵੀ ਜਿਹੜਾ ਕਹਿ ਸਕਦੇ ਹਾਂ ਵੀ ਹੋਂਦ ਵਿੱਚ ਆਇਆ ਮੰਨ ਸਕਦੇ ਹਾਂ। ਵਿਸਫੋਟ ਦੇ ਕਾਰਨ ਵੱਡੇ ਕੈਲਡਰਾ ਜਿਹੜੇ ਨੇ ਬਣਦੇ ਨੇ। ਕਈ ਵਾਰ ਇਹਨਾਂ ਕੈਲਡਰਾ ਦੇ ਅੰਦਰ ਹੋਰ ਛੋਟੇ ਜਵਾਲਾਮੁਖੀ ਜਿਹੜੇ ਨੇ ਉਹ ਫਟਣਾ ਸਟਾਰਟ ਕਰ ਦਿੰਦੇ ਨੇ, ਅਤੇ ਦੇਖਣ ਨੂੰ ਇੱਕ ਇਹ ਆਲਣੇ ਵਰਗੇ ਲੱਗਦੇ ਆ। ਆਲਣੇ ਦੇ ਜਿੱਦਾਂ ਵਿੱਚ ਪੰਛੀ ਹੁੰਦੇ ਆ ਨਾ, ਉੱਦਾਂ ਦੀ ਆਕ੍ਰਿਤੀ ਹੈ ਜਿਹੜੀ ਉਹਨੂੰ ਹੋਂਦ ਵਿੱਚ ਆ ਜਾਂਦੀ ਆ। ਤਾਂ ਅਸੀਂ ਇਹ ਸਮਝ ਰਹੇ ਹਾਂ ਵੀ ਜਿਹੜਾ ਕ੍ਰੇਟਰ ਆ, ਕੈਲਡਰਾ ਕ੍ਰੇਟਰ ਨਾਲੋਂ ਵੀ ਵੱਡੇ ਆਕਾਰ ਦਾ ਜਿਹੜਾ ਵਾ ਜਵਾਲਾਮੁਖੀ ਧਰਤੀ ਦੇ ਉੱਪਰ ਪਾਇਆ ਜਾਂਦਾ ਵਾ। ਅਤੇ ਫਿਰ ਕੈਲਡਰਾ ਜਿਹੜੇ ਨੇ ਉਹਨਾਂ ਨੂੰ ਅੱਗੇ ਕਈ ਕਿਸਮਾਂ ਦੇ ਵਿੱਚ ਵੰਡ ਕੇ ਪੜ੍ਹਿਆ ਜਾਂਦਾ। ਜਿੱਦਾਂ ਕਿ ਜਦੋਂ ਅਸੀਂ ਅਗਨੀ ਚਟਾਨਾਂ ਬਾਰੇ ਪੜ੍ਹਿਆ ਸੀ, ਤਾਂ ਜਦੋਂ ਧਰਤੀ ਦੇ ਅੰਦਰ ਲਾਵਾ ਕਿਸ ਤਰੀਕੇ ਦੇ ਨਾਲ ਜੰਮਿਆ ਹੋਇਆ, ਉਹਦੇ ਅਨੁਸਾਰ ਜਾਂ ਲਾਵੇ ਦੇ ਜੰਮਣ ਦੇ ਅਨੁਸਾਰ ਆਪਾਂ ਨੇ ਵੱਖ-ਵੱਖ ਭਾਗਾਂ ਦੇ ਵਿੱਚ ਇਹਨਾਂ ਨੂੰ ਵੰਡ ਕੇ ਪੜ੍ਹਿਆ ਸੀ। ਜਿੱਦਾਂ ਪਹਿਲਾ ਸੀ ਬੈਥੋਲਿਥ, ਵੀ ਜਿਹੜਾ ਲਾਵਾ ਧਰਤੀ ਦੇ ਵਿੱਚ ਲੇਟਵੇਂ ਰੁੱਖ ਜਿਹੜਾ ਵਾ ਉਹ ਜੰਮਿਆ ਹੋਇਆ। ਲੈਕੋਲਿਥ, ਧਰਤੀ ਦੇ ਵਿੱਚ ਲਾਵਾ ਜਿਹੜਾ ਵਾ ਉਹ ਖੜਵੇਂ ਰੂਪ ਦੇ ਵਿੱਚ ਜਿਹੜਾ ਵਾ ਉਹ ਜੰਮਿਆ ਹੋਇਆ। ਇੱਥੇ ਜਿਹੜਾ ਲਾਵਾ ਤੁਸੀਂ ਦੇਖ ਪਾ ਰਹੇ ਹੋ ਵੀ ਜਿਸ ਤਰੀਕੇ ਦੇ ਨਾਲ ਇਹ ਧਰਤੀ ਦੇ ਅੰਦਰੋਂ ਬਾਹਰ ਆ ਰਿਹਾ ਜੰਮਿਆ ਹੋਇਆ, ਤਾਂ ਉਸ ਤਰੀਕੇ ਦੇ ਨਾਲ ਅਸੀਂ ਉਹਦਾ ਨਾਮ ਆ ਜਿਹੜਾ ਉਹ ਰੱਖ ਲੈਂਦੇ ਹਾਂ। ਫਿਰ ਫੈਕੋਲਿਥ, ਫਿਰ ਲੈਪੋਲਿਥ, ਫਿਰ ਜਿਹੜਾ ਸਿੱਲ, ਧਰਤੀ ਦੇ ਵਿੱਚ ਜਿੱਦਾਂ ਬਰਫ਼ ਦੀ ਸਿੱਲੀ ਆ, ਜਦੋਂ ਉੱਦਾਂ ਦੇ ਰੂਪ ਦੇ ਵਿੱਚ ਜੇਕਰ ਲਾਵਾ ਜੰਮਿਆ ਹੋਇਆ ਤਾਂ ਅਸੀਂ ਉਹਨੂੰ ਸਿੱਲ ਦਾ ਨਾਮ ਦੇ ਦਿੰਦੇ ਹਾਂ। ਫਿਰ ਗੀਜ਼ਰ, ਧਰਤੀ ਦੇ ਉੱਪਰ ਬਹੁਤ ਸਾਰੇ ਇੱਦਾਂ ਦੇ ਥਾਂ ਹੈਗੇ ਨੇ ਜਿੱਥੇ ਧਰਤੀ ਦੇ ਅੰਦਰੋਂ ਜਵਾਲਾਮੁਖੀਆਂ ਕਰਕੇ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਗਰਮ ਹੋ ਕੇ ਬਾਹਰ ਆਉਂਦਾ, ਤਾਂ ਉਹਨਾਂ ਨੂੰ ਅਸੀਂ ਗੀਜ਼ਰ ਦਾ ਨਾਮ ਦਿੰਦੇ ਹਾਂ। ਅਮਰੀਕਾ ਦੇ ਜਿਹੜਾ ਯੈਲੋਸਟੋਨ ਪਾਰਕ ਆ, ਉੱਥੇ ਤੁਸੀਂ ਪੜ੍ਹਿਆ ਵੀ ਉਹਦੇ ਵਿੱਚ ਇੱਕ ਵੱਡਾ ਗੀਜ਼ਰ ਪਾਇਆ ਜਾਂਦਾ, ਉਹਦਾ ਨਾਮ ਓਲਡ ਫੇਥਫੁੱਲ ਉਸ ਗੀਜ਼ਰ ਦਾ ਨਾਮ ਆ। ਅਤੇ ਉਹਦੇ ਵਿੱਚੋਂ ਹਰ 60 ਮਿੰਟ ਬਾਅਦ ਜਿਹੜਾ ਵਾ ਇੱਕ ਪਾਣੀ ਦਾ ਜਿਹੜਾ ਫੁਆਰਾ ਬਾਹਰ ਆਉਂਦਾ, ਗਰਮ ਪਾਣੀ ਦਾ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਧਰਤੀ ਅੰਦਰ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਜਵਾਲਾਮੁਖੀ ਕਿਰਿਆ ਦੇ ਕਾਰਨ ਵਾਸ਼ਪ ਜਾਂ ਧੂਆਂ ਸੁਰਾਖ, ਧਰਤੀ ਦੇ ਉੱਪਰ ਬਹੁਤ ਸਾਰੇ ਇੱਦਾਂ ਦੇ ਥਾਂ ਹੈਗੇ ਨੇ ਜਿਨ੍ਹਾਂ ਦੇ ਕਦੋਂ ਸੁਰਾਖਾਂ ਦੇ ਵਿੱਚੋਂ ਲਗਾਤਾਰ ਧੂੰਆਂ ਜਿਹੜਾ ਵਾ ਨਿਕਲ ਰਿਹਾ। ਜੇਕਰ ਧਰਤੀ ਦੇ ਵਿੱਚ, ਪਿਆਰੇ ਵਿਦਿਆਰਥੀਓ, ਧਰਤੀ ਦੇ ਵਿੱਚੋਂ ਕਿਤੇ ਗਰਮ ਪਾਣੀ ਮਿਲ ਜਾਵੇ, ਆਪਣੇ ਆਪ ਧਰਤੀ 'ਚੋਂ ਗਰਮ ਪਾਣੀ ਬਾਹਰ ਆ ਰਿਹਾ, ਜਾਂ ਧਰਤੀ ਦੇ ਵਿੱਚੋਂ ਧੂੰਆਂ, ਧਰਤੀ ਦੇ ਵਿੱਚੋਂ ਕਿਸੇ ਵੀ ਤਰੀਕੇ ਦੇ ਨਾਲ ਸੁਰਾਖਾਂ ਦੇ ਵਿੱਚੋਂ ਧੂੰਆਂ ਬਾਹਰ ਆ ਰਿਹਾ, ਤਾਂ ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਵੀ ਉਸ ਇਲਾਕੇ ਦੇ ਵਿੱਚ ਜਵਾਲਾਮੁਖੀ ਧਰਤੀ ਦੇ ਹੇਠਾਂ ਮੈਗਮਾ ਜਿਹੜਾ ਵਾ ਪਾਇਆ ਗਿਆ ਵਾ, ਅਤੇ ਜਵਾਲਾਮੁਖੀ ਕਿਰਿਆ ਕਿਸੇ ਵੀ ਟਾਈਮ ਉਸ ਇਲਾਕੇ ਦੇ ਵਿੱਚ ਹੋ ਸਕਦੀ ਆ। ਜਵਾਲਾਮੁਖੀ ਵਿਸਫੋਟ ਦੇ ਅੰਤਰਾਲ ਦੇ ਅਨੁਸਾਰ 3 ਭਾਗਾਂ ਦੇ ਵਿੱਚ ਇਹਨਾਂ ਨੂੰ ਵੰਡਿਆ ਜਾਂਦਾ। ਪਹਿਲੇ ਹੈਗੇ ਨੇ ਕਿਰਿਆਸ਼ੀਲ ਜਵਾਲਾਮੁਖੀ, ਧਰਤੀ ਦੇ ਉੱਪਰ ਲਗਭਗ 600 ਜਿਹੜੇ ਕਿਰਿਆਸ਼ੀਲ ਜਵਾਲਾਮੁਖੀ ਨੇ ਜਿਹੜੇ ਲਗਾਤਾਰ ਚੱਲ ਰਹੇ ਨੇ। ਜਵਾਲਾਮੁਖੀ ਵਿਸਫੋਟ ਬਹੁਤ ਜ਼ਿਆਦਾ ਵਿਨਾਸ਼ਕਾਰੀ ਅਤੇ ਬਹੁਤ ਜ਼ਿਆਦਾ ਜਿਹੜਾ ਲੋਕਾਂ ਦੇ ਲਈ ਦਿੱਕਤਾਂ ਜਿਹੜਾ ਲੈ ਕੇ ਆਉਂਦਾ ਵਾ। ਕਿਰਿਆਸ਼ੀਲ ਜਵਾਲਾਮੁਖੀ ਉਹ ਨੇ ਜਿਹੜੇ ਲਗਾਤਾਰ ਚੱਲ ਰਹੇ ਨੇ, ਅਤੇ ਇਹਨਾਂ ਦੇ ਵਿੱਚੋਂ ਲਾਵਾ, ਗੈਸਾਂ, ਕੰਕਰ ਪੱਥਰ ਜਿਹੜੇ ਨੇ ਲਗਾਤਾਰ ਧਰਤੀ ਦੇ ਵਿੱਚੋਂ ਨਿਕਲ ਰਹੇ ਨੇ। ਜ਼ਿਆਦਾਤਰ ਇਹ ਜਵਾਲਾਮੁਖੀ ਜਿਹੜੇ ਨੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪਾਏ ਜਾਂਦੇ ਨੇ, ਅਤੇ ਤਾਂ ਹੀ ਇਸੇ ਕਰਕੇ ਇਸ ਇਲਾਕੇ ਨੂੰ ਰਿੰਗ ਆਫ ਫਾਇਰ ਦਾ ਨਾਮ ਦਿੱਤਾ ਜਾਂਦਾ। ਇਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਭੂਚਾਲ ਅਤੇ ਸਭ ਤੋਂ ਜ਼ਿਆਦਾ ਜਵਾਲਾਮੁਖੀ ਨੇ ਜਿਹੜੇ ਪਾਏ ਜਾਂਦੇ ਨੇ। ਮਾਊਂਟ ਸੈਂਟ ਹੈਲੇਨਾ 109 ਸਾਲ ਤੋਂ ਲਗਾਤਾਰ ਧਰਤੀ ਦੇ ਉੱਪਰ ਚੱਲ ਰਿਹਾ। ਸਟ੍ਰੋਂਬਲੀ ਅਤੇ ਐਂਡਾ ਅਤੇ ਵਾਨਾਤੂ ਜਿਹੜੇ ਨੇ ਇਹ ਜਵਾਲਾਮੁਖੀ ਲਗਾਤਾਰ ਧਰਤੀ ਦੇ ਉੱਪਰ ਚੱਲ ਰਹੇ ਨੇ। ਅਤੇ ਦੂਸਰੀ ਕਿਸਮ ਦੇ ਵਿੱਚ ਆਪਾਂ ਪੜਾਂਗੇ ਸੁੱਤਾ ਹੋਇਆ ਜਵਾਲਾਮੁਖੀ, ਭਾਵ ਜਿਹਦੇ ਵਿੱਚ ਵਿਸਫੋਟ ਹੋਇਆ ਅਤੇ ਹੁਣ ਵਿਸਫੋਟ ਆਉਣੇ ਵਾਲੇ ਟਾਈਮ ਦੇ ਵਿੱਚ ਜਿਹੜਾ ਵਾ ਹੋ ਸਕਦਾ ਵਾ, ਹਜੇ ਉਹ ਸੁੱਤਾ ਪਿਆ। ਕਹਿਣ ਦਾ ਭਾਵ ਵੀ ਉਹਦੇ ਵਿੱਚ ਮੈਗਮਾ ਜਿਹੜਾ ਉਹ ਅਜੇ ਖਤਮ ਨਹੀਂ ਹੋਇਆ, ਆਉਣੇ ਵਾਲੇ ਟਾਈਮ ਦੇ ਵਿੱਚ ਇਹ ਵਿਸਫੋਟ ਹੋਣ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਹੋ ਸਕਦਾ ਵਾ, ਅਤੇ ਦੁਬਾਰਾ ਤੋਂ ਤਬਾਹੀ ਅਤੇ ਨੁਕਸਾਨ ਇਹ ਜਿੱਦਾਂ ਨੇਪਲ ਦੀ ਖਾੜੀ ਦੇ ਵਿੱਚ ਮਾਊਂਟ ਵਿਸ਼ਵੀਸ਼ੀਅਸ ਜਿਹੜਾ ਜਵਾਲਾਮੁਖੀ ਆ ਉਹ ਸੁੱਤੇ ਹੋਏ ਜਵਾਲਾਮੁਖੀ ਦੀ ਵੱਡੀ ਉਦਾਹਰਣ। ਤੀਸਰਾ ਜਿਹੜਾ ਜਵਾਲਾਮੁਖੀ ਹੈਗਾ ਉਹ ਹੈਗਾ ਵਾ ਬੁਝਿਆ ਹੋਇਆ ਜਾਂ ਮਰਿਆ ਹੋਇਆ। ਤਾਂ ਕਹਿਣ ਦਾ ਭਾਵ ਵੀ ਹੁਣ ਇਹਦੇ ਵਿੱਚ ਮੈਗਮਾ ਖਤਮ ਹੋ ਚੁੱਕਿਆ ਵਾ, ਟੈਂਪਰੇਚਰ ਇਹਦਾ ਡਾਊਨ ਹੋ ਗਿਆ ਵਾ, ਅਤੇ ਇਹਦੇ ਵਿੱਚ ਦੁਬਾਰਾ ਤੋਂ ਜਵਾਲਾਮੁਖੀ ਵਿਸਫੋਟ ਹੋਣ ਦੀ ਕੋਈ ਉਮੀਦ ਬਾਕੀ ਨਹੀਂ ਬਚੀ। ਪਰ ਇਹ ਪੱਕੇ ਤੌਰ 'ਤੇ ਕਹਿ ਨਹੀਂ ਸਕਦੇ ਹੈਗੇ ਵੀ ਇਹ ਜਵਾਲਾਮੁਖੀ ਵਿਸਫੋਟ ਨਹੀਂ ਹੋਊਗਾ,
ਪਰ ਕਿਉਂਕਿ ਇਹਨਾਂ ਜਵਾਲਾਮੁਖੀਆਂ ਦੀ ਪਛਾਣ ਇਹ ਹੋ ਜਾਂਦੀ ਹੈ ਵੀ ਇਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੀ ਵੈਜੀਟੇਸ਼ਨ ਉੱਗ ਜਾਂਦੀ ਆ ਅਤੇ ਬਹੁਤ ਲੰਬੇ ਸਮੇਂ ਤੋਂ ਇਹਨਾਂ 'ਚ ਕੋਈ ਵੀ ਵਿਸਫੋਟ ਨਹੀਂ ਹੋਇਆ ਤਾਂ ਕਰਕੇ ਇਹਨਾਂ ਨੂੰ ਅਸੀਂ ਤੀਜੀ ਕੈਟਾਗਰੀ ਦੇ ਵਿੱਚ ਲੈ ਕੇ ਆਉਂਦੇ ਹਾਂ। ਜਵਾਲਾਮੁਖੀ ਦੇ ਵਿੱਚੋਂ ਕਿਹੜੇ ਪਦਾਰਥ ਬਾਹਰ ਨਿਕਲਦੇ ਆ, 3 ਅੰਕਾਂ ਦਾ ਬਹੁਤ ਇੰਪੋਰਟੈਂਟ ਪ੍ਰਸ਼ਨ ਆ। ਬਹੁਤ ਸਾਰੀ ਭਾਫ, ਬਹੁਤ ਸਾਰੀਆਂ ਗੈਸਾਂ ਧਰਤੀ ਦੇ ਵਿੱਚੋਂ ਬਹੁਤ ਦੂਰ ਤੱਕ ਜਿਹੜੀਆਂ ਫੈਲ ਜਾਂਦੀਆਂ ਨੇ। ਧਰਤੀ ਦੇ ਵਿੱਚੋਂ ਮੈਗਮਾ ਧਰਤੀ ਦੇ ਅੰਦਰੋਂ ਬਾਹਰ ਆਉਂਦਾ ਅਤੇ ਲਾਵੇ ਦੇ ਰੂਪ ਦੇ ਵਿੱਚ ਬਾਹਰ ਜੰਮਦਾ, ਅਤੇ ਬਹੁਤ ਸਾਰੇ ਠੋਸ ਜਿਹੜੇ ਛੋਟੇ ਵੱਡੇ ਪੱਥਰ ਨੇ ਜਿਹੜੇ ਬਹੁਤ ਦੂਰ ਤੱਕ ਜਿਹੜੇ ਨੇ ਉਹ ਗਿਰਦੇ ਆ ਅਤੇ ਬਹੁਤ ਵੱਡਾ ਨੁਕਸਾਨ ਕਰਦੇ ਆ। ਅੰਤ ਦੇ ਵਿੱਚ ਆਪਾਂ ਸਮਝਾਂਗੇ ਸੰਸਾਰ ਦੇ ਵਿੱਚ ਜਵਾਲਾਮੁਖੀਆਂ ਦੀ ਵੰਡ ਕਿਸ ਤਰੀਕੇ ਦੇ ਨਾਲ ਹੈਗੀ ਆ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੋਈ ਨਾ ਕੋਈ ਜਵਾਲਾਮੁਖੀ ਫਟਿਆ ਚੱਲ ਰਿਹਾ ਵਾ ਜਾਂ ਵਿਸਫੋਟ ਆ ਜਿਹੜਾ ਹੁੰਦਾ ਰਹਿੰਦਾ। ਖਾਸ ਕਰ ਜਵਾਲਾਮੁਖੀ ਮਹਾਂਦੀਪਾਂ ਦੀਆਂ ਪਲੇਟਾਂ ਦੀਆਂ ਸੀਮਾਵਾਂ ਦੇ ਉੱਪਰ ਹੀ ਪਾਏ ਜਾਂਦੇ ਨੇ। ਧਰਤੀ ਦੀਆਂ ਕਮਜ਼ੋਰ ਪਰਤਾਂ, ਕਮਜ਼ੋਰ ਇਲਾਕਿਆਂ ਦੇ ਵਿੱਚੋਂ ਜਵਾਲਾਮੁਖੀ ਆਸਾਨੀ ਦੇ ਨਾਲ ਧਰਤੀ ਤੋਂ ਬਾਹਰ ਆ ਜਾਂਦੇ ਨੇ। ਉੱਤਰੀ ਅਮਰੀਕਾ ਦੇ ਪੱਛਮੀ ਕੋਲਡੇਰਾ, ਦੱਖਣੀ ਅਮਰੀਕਾ ਵਿੱਚ ਐਲਪਸ ਅਤੇ ਇਹਨਾਂ ਪਰਬਤ ਸ਼੍ਰੇਣੀਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਜਵਾਲਾਮੁਖੀ ਜਿਹੜੇ ਨੇ ਪਾਏ ਜਾਂਦੇ ਨੇ। ਅਭਿਚਾਰੀ ਵਿਨਾਸ਼ਕਾਰੀ ਜਿਹੜੀਆਂ ਪਲੇਟ ਸੀਮਾਵਾਂ ਨੇ, ਕਰਮਜੰਡ ਪਲੇਟ ਨੇ, ਅਤੇ ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਪ੍ਰਸ਼ਾਂਤ ਮਹਾਸਾਗਰ ਦਾ ਜਿਹੜਾ ਇਲਾਕਾ ਵਾ ਉਸ ਨੂੰ ਅਸੀਂ ਰਿੰਗ ਆਫ ਫਾਇਰ ਦਾ ਇਸ ਇਲਾਕੇ ਨੂੰ ਨਾਮ ਦਿੱਤਾ ਹੋਇਆ ਵਾ। ਇਸ ਤੋਂ ਇਲਾਵਾ ਇਰਬਸ ਪਰਬਤਾਂ ਤੋਂ ਆਰੰਭ ਹੋ ਕੇ ਉੱਤਰ ਵੱਲ ਨੂੰ ਦੱਖਣੀ ਅਮਰੀਕਾ ਦੇ ਐਂਡੀਜ਼ ਅਤੇ ਉੱਤਰੀ ਅਮਰੀਕਾ ਦੇ ਰੌਕੀਜ਼ ਪਰਬਤਾਂ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਜਵਾਲਾਮੁਖੀ ਜਿਹੜੇ ਨੇ ਉਹ ਇੱਕ ਚਾਪ ਦੇ ਰੂਪ ਦੇ ਵਿੱਚ ਇਹ ਇਲਾਕਿਆਂ 'ਚ ਪਾਏ ਜਾਂਦੇ ਨੇ। ਅਤੇ ਇਸ ਤੋਂ ਇਲਾਵਾ ਜਾਪਾਨ ਦੇ ਵਿੱਚ ਮਾਊਂਟ ਫਿਊਜ਼ੀਆਮਾ 10,000 ਤੁੰਖਾਰਿਆਂ ਦੀ ਘਾਟੀ, ਅਲਾਸਕਾ ਵਿੱਚ ਮਾਊਂਟ ਸੈਂਟ ਹੈਲਨਸ, ਵਾਸ਼ਿੰਗਟਨ USA ਵਿੱਚ ਕੈਲਾਵੇ ਹਵਾਈ ਦੀਪ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਮਾਊਂਟ ਤਾਲ ਜਵਾਲਾਮੁਖੀ ਇਹਦੇ ਵਿੱਚ ਦਰਾੜੀ ਵਿਸਫੋਟ ਨੇ ਜਿਹੜੇ ਉਹ ਹੁੰਦੇ ਨੇ। ਇੱਦਾਂ ਦੇ ਵਿਸਫੋਟ ਬਹੁਤ ਦੂਰ ਤੱਕ ਜਿਹੜੇ ਨੇ ਉਹ ਸੁਣਾਈ ਦਿੰਦੇ ਨੇ। ਜੇਕਰ ਤੁਸੀਂ ਨਕਸ਼ੇ ਦੇ ਉੱਪਰ ਦੇਖ ਪਾ ਰਹੇ ਹੋ ਵੀ ਇਹ ਜਿਹੜੀਆਂ ਸਾਡੇ ਕੋਲ ਧਰਤੀ ਦੇ ਉੱਪਰ 7 ਵੱਡੀਆਂ ਪਲੇਟਾਂ ਨੇ, ਇਹਨਾਂ ਦੇ ਵਿੱਚ ਜਿੱਥੇ ਇਹਨਾਂ ਪਲੇਟਾਂ ਦੀਆਂ ਸੀਮਾਵਾਂ ਦੂਜੀਆਂ ਪਲੇਟਾਂ ਦੇ ਨਾਲ ਕਹਿ ਦਿਓ ਟਕਰਾਉਂਦੀਆਂ ਨੇ ਨਾ, ਉਸ ਇਲਾਕਿਆਂ ਦੇ ਵਿੱਚ ਜਿਹੜੇ ਆ ਰੈੱਡ ਲਾਲ ਨਿਸ਼ਾਨ ਨੇ ਜਿਹੜੇ ਉਹ ਲੱਗੇ ਹੋਏ ਨੇ। ਅਤੇ ਇਹਨਾਂ ਇਲਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਭੂਚਾਲ ਅਤੇ ਜਵਾਲਾਮੁਖੀ ਜਿਹੜੇ ਨੇ ਉਹ ਆਉਂਦੇ ਨੇ। ਇਸ ਪੇਟੀ ਵਿੱਚ ਸਭ ਤੋਂ ਵੱਡਾ ਕਿਰਿਆਸ਼ੀਲ ਜਵਾਲਾਮੁਖੀਆਂ ਦਾ ਇਲਾਕਾ ਸਾਡੇ ਕੋਲ ਆਈਸਲੈਂਡ ਦਾ ਇਲਾਕਾ ਵਾ। ਆਈਸਲੈਂਡ ਸਭ ਤੋਂ ਵੱਡਾ ਇਲਾਕਾ ਵਾ ਜਿੱਥੇ ਜਵਾਲਾਮੁਖੀ ਕਿਰਿਆਵਾਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ। ਉਪਰੋਕਤ ਇਹਨਾਂ 3 ਜਵਾਲਾਮੁਖੀ ਪੇਟੀਆਂ ਤੋਂ ਇਲਾਵਾ ਮਹਾਂਦੀਪਾਂ ਦੇ ਅੰਦਰੂਨੀ ਭਾਗਾਂ ਦੇ ਵਿੱਚ ਵੀ ਜਿਹੜੇ ਨੇ ਜਵਾਲਾਮੁਖੀ ਪਾਏ ਜਾਂਦੇ। ਇਹਨਾਂ ਦੇ ਵਿਸਫੋਟ ਦੇ ਕਾਰਨਾਂ ਦਾ ਹਜੇ ਤੱਕ ਆਪਾਂ ਨੂੰ ਕਹਿ ਸਕਦੇ ਹਾਂ ਵੀ ਹਜੇ ਪੂਰਾ ਗਿਆਨ ਨਹੀਂ ਹੋਇਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸਮਝ ਜਾਵਾਂਗੇ। ਅਤੇ ਇਸ ਤੋਂ ਇਲਾਵਾ ਅੰਟਾਰਕਟਿਕਾ, ਹਿੰਦ ਮਹਾਸਾਗਰ, ਮੈਡਾਗਾਸਕਰ ਦੇ ਦੀਪ ਅਤੇ ਇਸ ਦੇ ਆਲੇ ਦੁਆਲੇ ਕਮੋਰੋ, ਮੌਰੀਸ਼ੀਅਸ ਅਤੇ ਰੀਯੂਨੀਅਨ ਦੀਪਾਂ ਦੇ ਵਿੱਚ ਵੀ ਜਿਹੜੇ ਜਵਾਲਾਮੁਖੀ ਨੇ ਉਹ ਪਾਏ ਜਾਂਦੇ ਨੇ। ਤਾਂ ਕਹਿਣ ਦਾ ਭਾਵ ਆਪਾਂ ਇਹ ਕਿਹਾ ਵੀ ਜਿੱਥੇ ਵੀ ਜਵਾਲਾਮੁਖੀ, ਜਿੱਥੇ ਵੀ ਧਰਤੀ ਉੱਪਰਲੀਆਂ ਪਲੇਟਾਂ ਇੱਕ ਦੂਸਰੇ ਨਾਲ ਟਕਰਾਉਂਦੀਆਂ ਨੇ, ਉਹਨਾਂ ਇਲਾਕਿਆਂ 'ਚ ਵੀ ਜਵਾਲਾਮੁਖੀ ਕਿਰਿਆ ਜਿਹੜੀ ਆਸਾਨੀ ਦੇ ਨਾਲ ਹੁੰਦੀ ਆ। ਅਤੇ ਮਹਾਂਦੀਪਾਂ ਦੇ ਅੰਦਰ ਵੀ ਬਹੁਤ ਸਾਰੇ ਜਵਾਲਾਮੁਖੀ ਨੇ ਜਿਹੜੇ ਉਹ ਪਾਏ ਜਾਂਦੇ ਨੇ। ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਲਾਈਵ ਲੈਕਚਰ ਤੋਂ ਬਹੁਤ ਕੁਝ ਸਿੱਖਿਆ ਹੋਊਗਾ। ਅਤੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਆਪਣੇ ਅਧਿਆਪਕ ਸਾਹਿਬਾਨ ਤੋਂ ਅਤੇ ਮੇਰੇ ਤੋਂ ਵੀ ਪੁੱਛ ਸਕਦੇ ਹੋ। ਧੰਨਵਾਦ।